ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਸਾਨੂੰ ਸੰਸਾਰ ਦੇ ਵਿੱਚ ਸੰਸਾਰੀ ਜੀਵਾਂ ਦੀ ਅਵਸਥਾ ਦੱਸਦੇ ਨੇ ਬਈ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ ਸੰਸਾਰ ਦੇ ਵਿੱਚ ਉਹ ਦੁਖੀ ਹੁੰਦਾ। ਦੁੱਖ ਦਾ ਕਾਰਨ ਉਹ ਕਿਸੇ ਹੋਰ ਨੂੰ ਸਮਝਦਾ, ਦੋਸ਼ ਕਿਸੇ ਹੋਰ ਨੂੰ ਦਿੰਦਾ। ਕੋਈ ਕਹਿੰਦਾ ਵੀ ਮੈਂ ਕਿਸੇ ਕਰਕੇ ਦੁਖੀ ਹਾਂ, ਕੋਈ ਕਹਿੰਦਾ ਮੈਂ ਕਿਸੇ ਕਰਕੇ ਦੁਖੀ। ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਦੋਸ਼ ਕਿਸੇ ਹੋਰ ਦਾ ਨਹੀਂ। ਜੇ ਅਸੀਂ ਦੁਖੀ ਹਾਂ ਇਹਦੇ ਵਿੱਚ ਕਿਸੇ ਹੋਰ ਦਾ ਰੱਤੀ ਮਾਤਰ ਵੀ ਇਹਦੇ ਵਿੱਚ ਦੋਸ਼ ਨਹੀਂ ਹੈ, ਦੋਸ਼ ਸਾਡਾ ਖੁਦ ਦਾ ਆਪਣਾ ਹੈ। ਕਿਉਂਕਿ ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਫਿਰ ਅਸੀਂ ਦੁਖੀ ਹੀ ਹੁੰਦੇ ਹਾਂ। ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਤੁਸੀਂ ਕਿਸੇ ਹੋਰ ਨੂੰ ਦੋਸ਼ ਦੇਣ ਦੀ ਬਜਾਏ ਤੁਸੀਂ ਸਿਮਰਨ ਕਰੋ। ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ, ਸਿਮਰਨ ਦੇ ਨਾਲ ਸਾਡੇ ਮਨ ਨੂੰ ਘਣੇ ਦੁੱਖ, ਘਣੇ ਜਿਹੜੇ ਸੁੱਖ ਨੇ ਵੀ ਇਹਨੂੰ ਆਨੰਦ ਦੀ ਪ੍ਰਾਪਤੀ ਹੋਏਗੀ, ਇਹ ਸਦਾ ਸੁਖੀ ਹੋ ਜਾਏਗਾ। ਫਿਰ ਮਹਾਰਾਜ ਇਸ ਲਈ ਸਮਝਾਉਂਦੇ ਮਨ ਨੂੰ ਵੀ ਸਦਾ ਹੀ ਪਰਮਾਤਮਾ ਦੇ ਗੁਣ ਗਾਈਏ, ਬਈ ਜਿਹਨੂੰ ਗਾ ਕੇ ਤੂੰ ਸਦਾ ਲਈ ਸੁਖੀ ਹੋ ਜਾਣਾ ਅਤੇ ਤੇਰਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਣਾ। ਸਤਿਗੁਰੂ ਐਸੀ ਵਾਸਤੇ ਸਾਨੂੰ ਫਰਮਾਉਂਦੇ, ਦੋਸ਼ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ, ਜੈਤ ਸੇਵਿਆਂ ਸੁਖ ਹੋਏ ਘਨਾ ਮਨ ਸੋਈ ਗਾਈਏ। ਬਈ ਜਿਹਦਾ ਸਿਮਰਨ ਕਰਨ ਦੇ ਨਾਲ ਤੈਨੂੰ ਘਣੇ ਸੁੱਖ ਦੀ ਪ੍ਰਾਪਤੀ ਹੋ ਰਹੀ, ਤੂੰ ਉਹਦਾ ਸਿਮਰਨ ਕਰ, ਉਹਦੇ ਗੁਣ ਗਾ ਮਾਲਕ ਦੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹਦੇ ਵਿੱਚ ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਗੁਰੂ ਦੀ ਮੱਤ ਨਹੀਂ ਲੈਂਦੇ, ਫਿਰ ਅਸੀਂ ਦੁਖੀ ਹੀ ਹੁੰਦੇ ਹਾਂ, ਅਸੀਂ ਦੁੱਖ ਪੈਦਾ ਕਰ ਲੈਂਦੇ। ਦੋਸ਼ ਮਹਾਰਾਜ ਕਹਿੰਦੇ ਕਿਸੇ ਹੋਰ ਦਾ ਨਹੀਂ, ਦੋਸ਼
ਸਾਡੇ ਆਪਣੇ ਕਰਮਾਂ ਦਾ ਹੈ। ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਅਸੀਂ ਕਰਮ ਹੀ ਐਸੇ ਕਰਦੇ ਹਾਂ ਵੀ ਜਿਹੜੇ ਸਾਨੂੰ ਦੁੱਖ ਦਿੰਦੇ ਨੇ, ਜਿਹਦੇ ਨਾਲ ਅਸੀਂ ਦੁੱਖ ਪੈਦਾ ਕਰ ਲੈਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਦਾਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਜੇ ਅਸੀਂ ਦੁਖੀ ਹਾਂ ਤੇ ਦੁੱਖ ਦਾ ਕਾਰਨ ਅਸੀਂ ਕਿਸੇ ਨੂੰ ਹੋਰ ਮੰਨੀ ਬੈਠੇ ਹਾਂ ਤੇ ਅਸੀਂ ਭਰਮ ਦੇ ਵਿੱਚ ਹਾਂ, ਅਸੀਂ ਭੁਲੇਖੇ ਵਿੱਚ ਹਾਂ, ਫਿਰ ਸਾਡਾ ਦੁੱਖ ਕਦੇ ਖਤਮ ਨਹੀਂ ਹੋ ਸਕਦਾ। ਇਹ ਹੋ ਗਈ ਅਸੀਂ ਕਾਰਨ ਹੀ ਦੂਜੇ ਨੂੰ ਮੰਨ ਲਿਆ ਦੁੱਖ। ਜੇ ਅਸੀਂ ਸਮਝੀਏ ਗੁਰਬਾਣੀ ਗੁਰੂ ਪਾਸੋਂ ਬਈ ਜੇ ਅਸੀਂ ਦੁਖੀ ਹਾਂ ਤੇ ਅਸੀਂ ਦੁਖੀ ਕਾਹਤੋਂ, ਸਤਿਗੁਰੂ ਸਾਨੂੰ ਕਹਿੰਦੇ ਵੀ ਕਿਸੇ ਹੋਰ ਦਾ ਨਹੀਂ ਦੋਸ਼, ਤੁਹਾਡੇ ਕਰਮਾਂ ਦਾ। ਹੁਣ ਕਰਮ ਕੀ ਨੇ? ਜਿਨ੍ਹਾਂ ਕਰਮਾਂ ਦਾ ਦੋਸ਼ ਹੈ, ਕਰਮ ਨੇ ਸਾਡੇ ਵਿਚਾਰ, ਕਰਮ ਹੈ ਸਾਡੇ ਮਨ ਦਾ ਵੀ ਅਸੀਂ ਵਿਚਾਰ ਕਿੱਦਾਂ ਦੇ ਲੈਂਦੇ ਹਾਂ, ਸਾਡੀ ਕਰਨੀ ਕਿੱਦਾਂ ਦੀ। ਹੁਣ ਜੇ ਤਾਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ ਫਿਰ ਤਾਂ ਸਾਡੇ ਕਰਮ ਨਿਰਮਲ ਹੋ ਜਾਣਗੇ, ਸਾਡੀ ਕਰਨੀ ਨਿਰਮਲ ਹੋ ਜਾਏਗੀ, ਫਿਰ ਤਾਂ ਸਾਨੂੰ ਘਣੇ ਸੁੱਖ ਦੀ ਪ੍ਰਾਪਤੀ ਹੋਏਗੀ। ਜੇ ਹੁਣ ਸਾਡੇ ਕਰਮ ਹੀ ਆਪਦੀ ਮੱਤ ਦੁਆਰਾ ਵਾਲੇ, ਬੈਰ ਵਿਰੋਧ ਵਾਲੇ ਨੇ, ਨਿੰਦਿਆ ਚੁਗਲੀ ਵਾਲੇ ਨੇ, ਈਰਖਾ ਨਫ਼ਰਤ ਵਾਲੇ ਨੇ, ਫਿਰ ਅਸੀਂ ਆਖੀਏ ਵੀ ਸਾਨੂੰ ਸੁੱਖ ਮਿਲੇਗਾ ਜੀ, ਸਾਡੇ ਇਹਨਾਂ ਕਰਮਾਂ ਦਾ ਦੋਸ਼। ਇਹੋ ਕਰਮਾਂ ਦੀ ਮੈਲ ਸਾਡੇ ਮਨ ਦੇ ਉੱਤੇ ਚੜ੍ਹਦੀ ਹੈ। ਫਿਰ ਇਹਨੂੰ ਹੀ ਮਹਾਰਾਜ ਕਹਿੰਦੇ ਵੀ ਇਹ ਕਰਮਾਂ ਦੇ ਵਿੱਚ ਫਿਰ ਸਹਿਜ ਨਹੀਂ ਪ੍ਰਗਟ ਹੁੰਦਾ, ਸਾਡਾ ਮਨ ਹੈ ਜਿਹੜਾ ਉਹ ਸਹਿਜ ਅਵਸਥਾ 'ਚ ਨਹੀਂ ਜਾਂਦਾ। ਮਹਾਰਾਜ ਫਰਮਾਉਂਦੇ, ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਈ। ਹੁਣ ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਤਾਂ ਕਮਾਉਂਦੇ ਨਹੀਂ, ਜੋ ਮਹਾਰਾਜ ਕਹਿ ਰਹੇ ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੇ ਤਾਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ ਤੇ ਗੁਰੂ ਸਾਨੂੰ ਕਿਹੜੀ ਕਾਰੇ ਲਾਉਂਦੇ, ਉਹ ਤਾਂ ਸਾਨੂੰ ਕਹਿੰਦੇ ਸਿਮਰਨ ਕਰੋ, ਮਾਲਕ ਦੀ ਭਗਤੀ ਕਰੋ ਤੇ ਉਹਦੇ ਗੁਣ ਗਾਵੋ। ਹੁਣ ਜੇ ਅਸੀਂ ਮਾਲਕ ਦੇ ਗੁਣ ਤਾਂ ਗਾਉਂਦੇ ਨਹੀਂ, ਜੇ ਅਸੀਂ ਸਿਮਰਨ ਤਾਂ ਕਰਦੇ ਨਹੀਂ, ਫਿਰ ਸਾਡੇ ਜਿਹੜੇ ਕਰਮ ਉਹ ਫਿਰ ਆਪਦੀ ਮੱਤ ਦੁਆਰਾ ਵਾਲੇ, ਵੈਰ ਵਿਰੋਧ ਵਾਲੇ ਹੁੰਦੇ, ਜਿਹਦੇ ਵਿੱਚ ਈਰਖਾ ਨਫ਼ਰਤ ਹੈ, ਹਉਮੈ ਹੰਕਾਰ ਹੈ, ਫਿਰ ਸਾਡੇ ਉਹ ਕਰਮ ਨੇ। ਹੁਣ ਮਹਾਰਾਜ ਕਹਿੰਦੇ ਇਹਨਾਂ ਕਰਮਾਂ ਦੇ ਵਿੱਚ ਫਿਰ ਸੁੱਖ ਨਹੀਂ ਹੈ, ਇਹਨਾਂ ਦੇ ਵਿੱਚ ਦੁੱਖ ਹੈ। ਤੇ ਦੁੱਖ ਫਿਰ ਮਹਾਰਾਜ ਕਹਿੰਦੇ ਵੀ ਸਾਡੇ ਇਹਨਾਂ ਕਰਮਾਂ 'ਚ, ਇਹ ਵਿਚਾਰਾਂ ਦਾ। ਹੁਣ ਇਹ ਕਰਮਾਂ ਦੀ ਮੈਲ ਸਾਡੇ ਮਨ ਦੇ ਉੱਤੇ ਚੜ੍ਹਦੀ। ਮਹਾਰਾਜ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਬਈ ਹੁਣ ਕਿਵੇਂ ਸਾਡਾ ਮਨ ਹੈ ਜਿਹੜਾ ਇਹ ਸ਼ੁੱਧ ਹੋਵੇ, ਧੋਤਾ ਜਾਵੇ, ਕਿਵੇਂ ਇਹਦੇ ਤੋਂ ਕਰਮਾਂ ਦੀ ਮੈਲ ਲੱਥੇ। ਉਹਦੇ ਵਾਸਤੇ ਫਿਰ ਆਪਾਂ ਨੂੰ ਦੱਸਦੇ ਬਈ ਗੁਰੂ ਦੀ ਮੱਤ ਲੈ ਕੇ ਅਸੀਂ ਆਪਣੇ ਮਨ ਨੂੰ ਧੋ ਸਕਦੇ, ਮਨ ਦੀ ਮੈਲ ਲਾ ਜਾ ਉਤਰ ਸਕਦੀ। ਉਹਦੇ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਰੋਜ਼ ਸਮਝਾਉਂਦੇ ਬਈ ਜਿਵੇਂ ਇਹ ਸਾਡਾ ਤਨ 'ਤੇ ਅਸੀਂ ਕੱਪੜਾ ਪਹਿਨਦੇ ਹਾਂ, ਕੱਪੜਾ ਮੈਲਾ ਹੋ ਜਾਂਦਾ, ਇਹਨੂੰ ਅਸੀਂ ਪਾਣੀ ਅਤੇ ਸਾਬਣ ਨਾਲ ਧੋ ਲੈਂਦੇ। ਹੁਣ ਜਿਹੜੀ ਸਾਡੇ ਮਨ ਦੇ ਉੱਤੇ ਕਰਮਾਂ ਦੀ ਮੈਲ ਚੜ੍ਹੀ ਹੈ, ਇਹ ਪਾਣੀ ਅਤੇ ਸਾਬਣ ਨਾਲ ਨਹੀਂ ਧੋਤਾ ਜਾਂਦਾ। ਇਹ ਮਨ ਧੋਤਾ ਜਾਣਾ ਨਾਮ ਦੁਆਰਾ, ਗੁਰੂ ਦੀ ਮੱਤ ਦੁਆਰਾ। ਮਹਾਰਾਜ ਇਸ ਲਈ ਆਪਾਂ ਨੂੰ ਰੋਜ਼ ਫਰਮਾਉਂਦੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਈ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਮੇ ਕੇ ਰੰਗ। ਬਈ ਜਿਹੜੀ ਸਾਡੀ ਮੱਤ ਮਲੀਨ ਹੋ ਗਈ, ਜਿਹੜਾ ਸਾਡਾ ਮਨ ਮੈਲਾ ਹੋ ਗਿਆ, ਇਹਦੇ 'ਤੇ ਮੈਲ ਚੜ੍ਹ ਗਈ ਕਰਮਾਂ ਦੀ, ਅਤੇ ਇਹ ਦੋਸ਼ ਦੂਜੇ ਨੂੰ ਦਿੰਦਾ। ਮੈਲਾ ਖੁਦ ਹੋਇਆ ਹੋਇਆ ਅਤੇ ਦੋਸ਼ ਦੂਸਰਿਆਂ ਨੂੰ ਦੇ ਰਹੇ। ਹੁਣ ਇਹ ਸਾਰੀ ਅਵਸਥਾ
ਸਾਡੇ ਮਨ ਦੀ। ਜੇ ਹੁਣ ਅਸੀਂ ਕਿਸੇ ਨੂੰ ਦੋਸ਼ ਦਿੰਦੇ ਹਾਂ, ਦੋਸ਼ ਅਸਲ ਦੇ ਵਿੱਚ ਕਿਸੇ ਦਾ ਨਹੀਂ, ਦੋਸ਼ ਸਾਡੇ ਆਪਦਾ ਖੁਦ ਦਾ। ਜੇ ਸਾਨੂੰ ਕੋਈ ਬੁਰਾ ਲੱਗਦਾ ਹੈ, ਅਸਲ 'ਚ ਬੁਰਾ ਉਹ ਨਹੀਂ ਹੈ, ਬੁਰਾਈ ਸਾਡੇ ਅੰਦਰ ਹੈ। ਸਾਡਾ ਮਨ ਜਿਹੜਾ ਸੀ ਇਹ ਮੈਲਾ ਹੋ ਚੁੱਕੀ। ਜੋ ਹੁਣ ਸਾਡੇ ਅੰਦਰ ਹੈ, ਜਿੱਦਾਂ ਦਾ ਸਾਡਾ ਮਨ ਹੈ, ਜਿੱਦਾਂ ਦੀ ਸਾਡੇ ਮਨ ਦੀ ਦਸ਼ਾ ਹੈ, ਸਾਨੂੰ ਉਹੀ ਅੱਗੇ ਉਹੋ ਜਿਹੇ ਦਿਸਦਾ। ਮਨ ਨੂੰ ਸ਼ੀਸ਼ਾ ਕਹਿੰਦੇ, ਆਰਸੀ। ਜਿਵੇਂ ਆਪਾਂ ਸ਼ੀਸ਼ੇ ਦੇ ਅੱਗੇ ਹੋ ਜਾਈਏ ਤੇ ਜਿੱਦਾਂ ਦੀ ਆਪਣੀ ਸ਼ਕਲ ਉਹ ਸ਼ੀਸ਼ਾ ਉੱਦਾਂ ਦੀ ਦਿਖਾ ਦਿੰਦਾ। ਜੇ ਆਪਾਂ ਹੱਸ ਕੇ ਦੇਖਾਂਗੇ ਉਹ ਹੱਸਦਿਆਂ ਦੀ ਦਿਖਾਏਗਾ, ਜੇ ਰੋ ਕੇ ਦੇਖਾਂਗੇ ਉਹ ਰੋਂਦਿਆਂ ਦੀ ਦਿਖਾ ਦੇਗਾ। ਜੇ ਆਪਾਂ ਗੁੱਸੇ ਨਾਲ ਕ੍ਰੋਧ ਨਾਲ ਦੇਖਾਂਗੇ ਉੱਦਾਂ ਦੀ ਦਿਖਾਵੇਗਾ। ਹੁਣ ਇਸੇ ਤਰ੍ਹਾਂ ਹੀ ਇਹ ਸਾਰੀ ਹਾਲਤ ਸਾਡੇ ਮਨ ਦੀ ਹੈ। ਮਹਾਰਾਜ ਫਰਮਾਉਂਦੇ, ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਬਈ ਜੋ ਸਾਡੇ ਅੰਦਰ ਹੈ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦਾ। ਹੁਣ ਮਹਾਰਾਜ ਕਹਿੰਦੇ ਵੀ ਸਾਡੇ ਇਹ ਸਾਰੀ ਹਾਲਤ ਮਨ ਦੀ ਹੈ। ਜੇ ਸਾਡਾ ਮਨ ਰੋਗੀ ਹੈ, ਰੋਗੀ ਦੇ ਭਾਣੇ ਸਾਰੇ ਰੋਗੀ, ਉਹਨੂੰ ਸਾਰੇ ਰੋਗੀ ਹੀ ਨਜ਼ਰ ਆਉਣਗੇ। ਰਮਾਉਂਦੇ ਰੋਗੀ ਕੇ ਭਾਣੇ ਸਭ ਰੋਗੀ। ਵੀ ਜਿਹੜਾ ਖੁਦ ਰੋਗੀ ਹੈ ਉਹਦੇ ਭਾਣੇ ਸਾਰੇ ਰੋਗੀ ਨੇ। ਉਹਨੂੰ ਕੋਈ ਜਿਹੜਾ ਰੋਗ ਤੋਂ ਬਿਨਾਂ ਦੀਂਦਾ ਹੀ ਨਹੀਂ, ਉਹਨੂੰ ਲੱਗਦਾ ਵੀ ਸਾਰੀ ਰੋਗੀ ਹੋਏ। ਜਿਹੜਾ ਮਨ ਆਪ ਸੁਖੀ ਹੈ, ਸੁਖੀ ਨੂੰ ਸਾਰੇ ਸੁਖੀ ਹੀ ਨਜ਼ਰ ਆਉਂਦੇ। ਸੁਖੀਏ ਕੋ ਪੇਖੇ ਸਭ ਸੁਖੀ ਹੈ, ਸੁਖੀ ਨੂੰ ਸੁਖੀ ਲੱਗਣਗੇ। ਜਿਹੜੇ ਮਨ ਦਾ ਆਪਦਾ ਭਰਮ ਖਤਮ ਹੋ ਗਿਆ, ਜਿਹਨੇ ਆਪ ਪਾਰ ਬ੍ਰਹਮ ਪਰਮਾਤਮਾ ਬ੍ਰਹਮ ਦੀ ਪਹਿਚਾਣ ਕਰ ਲਈ, ਜਿਹੜਾ ਆਪ ਮਿਲਿਆ ਹੋਇਆ ਰੱਬ ਨੂੰ, ਉਹਨੂੰ ਲੱਗਦਾ ਸਾਰੀ ਮਿਲੇ ਨੇ। ਕਿਉਂਕਿ ਉਹ ਜਦੋਂ ਦੇਖਦਾ ਉਹ ਸਭ ਦੇ ਵਿੱਚ ਹੀ ਪਰਮਾਤਮਾ ਨੂੰ ਦੇਖਦਾ, ਵੀ ਅੰਦਰ ਵੀ ਉਹੀ ਹੋ ਸਭ ਦੇ ਤੇ ਬਾਹਰ ਵੀ ਉਹੀ ਹੋਵੇ। ਮਹਾਰਾਜ ਕਹਿੰਦੇ, ਮੇਰੇ ਮਨ ਜਨ ਆਪਣਾ ਭਰਮ ਗਵਾਤਾ, ਤੈਸ ਕੇ ਭਾਣੇ ਕੋਈ ਨਾ ਭੂਲਾ, ਜਨ ਸਗਲੋ ਬ੍ਰਹਮ ਪਛਾਤਾ। ਬਈ ਜਿਹਨੇ ਆਪ ਬ੍ਰਹਮ ਦੀ ਪਹਿਚਾਣ ਕਰ ਲਈ, ਮਾਲਕ ਦੀ, ਉਹਦੇ ਭਾਣੇ ਕੋਈ ਭੁੱਲਾ ਹੀ ਨਹੀਂ। ਉਹਨੂੰ ਲੱਗਦਾ ਵੀ ਸਾਰੇ ਮਿਲੇ ਹੋਏ ਨੇ। ਹੁਣ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸਾਰੀ ਅਵਸਥਾ ਸਾਡੇ ਮਨ ਦੀ। ਜੇ ਹੁਣ ਅਸੀਂ ਕਿਸੇ ਹੋਰ ਨੂੰ ਦੋਸ਼ ਦਿੰਦੇ ਹਾਂ, ਤੇ ਮਹਾਰਾਜ ਕਹਿੰਦੇ ਸਾਡਾ ਦੋਸ਼ ਦਿੱਤਾ ਹੋਇਆ ਕਿਸੇ ਸਾਡੇ ਮਨ ਦੇ ਕੰਮ ਆਉਣ ਵਾਲਾ ਨਹੀਂ ਹੈ। ਕਿਉਂਕਿ ਜੇ ਅਸੀਂ ਦੁਖੀ ਹਾਂ, ਦੁੱਖ ਦਾ ਕਾਰਨ ਹੈ ਸਾਡੀ ਆਪਣੀ ਮੱਤ, ਸਾਡੀ ਸਿਆਣਪ, ਸਾਡੀਆਂ ਸੋਚਾਂ। ਸਾਡਾ ਮਨ ਹੀ ਸਾਨੂੰ ਭਰਮ ਦੇ ਵਿੱਚ ਰੱਖਦਾ, ਸਾਡੀ ਮੱਤ। ਦੁੱਖ ਦਾ ਕਾਰਨ ਹੈ ਆਸ਼ਾ ਬਿਲਾਸ਼ਾ ਤ੍ਰਿਸ਼ਨਾਵਾਂ, ਸੈਂਸੇ ਫਿਕਰ ਚਿੰਤਾਵਾਂ। ਇਹਦੇ ਵਿੱਚ ਸਾਡਾ ਮਨ ਦੁਖੀ ਹੈ। ਹੁਣ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਅਸੀਂ ਕਿਸੇ ਨੂੰ ਹੋਰ ਦੋਸ਼ ਦੇ ਰਹੇ ਹਾਂ ਤੇ ਅਸੀਂ ਭਰਮ ਦੇ ਵਿੱਚ। ਕਿਉਂਕਿ ਦੋਸ਼ ਕਿਸੇ ਹੋਰ ਦਾ ਨਹੀਂ ਹੈ, ਦੋਸ਼ ਸਾਡਾ ਖੁਦ ਦਾ ਆਪਣਾ ਹੀ। ਜੇ ਅਸੀਂ ਅੱਜ ਪਰਮਾਤਮਾ ਤੋਂ ਵਿਛੜੇ ਹਾਂ ਤੇ ਅਸੀਂ ਆਪਦੇ ਕਰਮਾਂ ਕਰਕੇ ਵਿਛੜੇ ਹੋਏ। ਮਹਾਰਾਜ ਕਹਿੰਦੇ, ਆਪ ਕਮਾਣੀ ਵਿਛੜੀ ਦੋਸ਼ ਨਾ ਕਾਹੂ ਦੇਣ। ਬਈ ਮੈਂ ਕਿਸੇ ਹੋਰ ਨੂੰ ਕੀ ਦੋਸ਼ ਦੇਵਾਂ, ਦੋਸ਼ ਤਾਂ ਮੇਰੇ ਆਪਦੇ ਕਰਮਾਂ ਦਾ। ਮੇਰੇ ਕਰਮ ਹੀ ਨਹੀਂ ਚੰਗੇ, ਇਸ ਕਰਕੇ ਮਾਲਕ ਤੋਂ ਦੂਰ ਆ। ਬਈ ਬਾਹਰੋਂ ਤਾਂ ਅਸੀਂ ਦੇਖਣ ਨੂੰ ਚੰਗੇ ਲੱਗਦੇ ਹਾਂ, ਗੱਲਾਂ ਬੜੀਆਂ ਚੰਗੀਆਂ ਕਰਦੇ ਹਾਂ, ਪਰ ਸਾਡਾ ਮਨ ਅੰਦਰੋਂ ਮੈਲਾ। ਮਹਾਰਾਜ ਕਹਿੰਦੇ, ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ। ਬਈ ਅੰਦਰੋਂ ਮਨ ਕਾਲਾ, ਮਨ ਮੈਲਾ, ਤੇ ਬਾਹਰੋਂ ਲਿਬਾਸ ਬੜਾ ਸੋਹਣਾ ਪਾਇਆ ਹੋਇਆ, ਦੇਖਣ ਨੂੰ ਲੱਗਦੇ ਵੀ ਗੁਰਮੁਖਾਂ 'ਚ। ਸਤਿਗੁਰੂ ਫਿਰ ਇਸ ਲਈ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਬਾਹਰੋਂ ਤਾਂ ਲਿਬਾਸ ਪਾ ਲਿਆ ਗੁਰਮੁਖਾਂ ਵਾਲਾ,
ਪਰ ਜੇ ਸਾਡਾ ਅੰਦਰੋਂ ਮਨ ਹੀ ਮੈਲਾ ਰਿਹਾ, ਸਾਡਾ ਮਨ ਨਾ ਸ਼ੁੱਧ ਹੋਇਆ, ਸਾਡਾ ਜਿਹੜਾ ਮਨ ਉਹ ਜੇ ਮੈਲਾ ਰਿਹਾ ਤੇ ਮਹਾਰਾਜ ਹੀ ਕਹਿੰਦੇ ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਂਗੇ। ਫਿਰ ਅਸੀਂ ਇਹ ਖੇਲ ਨੂੰ ਜਿੱਤ ਨਹੀਂ ਸਕਦੇ, ਫਿਰ ਅਸੀਂ ਜੀਵਨ ਨੂੰ ਜੂਏ 'ਚ ਹਾਰ ਕੇ ਚਲੇ ਜਾਵਾਂਗੇ। ਸਤਿਗੁਰੂ ਤਾਈਓ ਸਾਨੂੰ ਫਰਮਾਉਂਦੇ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਮਹਾਰਾਜ ਕਹਿੰਦੇ ਵੀ ਮਨ ਦੀ ਹਾਲਤ ਕੀ ਹੋ ਗਈ, ਵੀ ਬਾਹਰੋਂ ਦੇਖਣ ਨੂੰ ਤਾਂ ਨਿਰਮਲ ਲੱਗਦੇ ਆ, ਲਿਬਾਸ ਵਧੀਆ ਲੱਗਦਾ, ਬਾਹਰ ਅੰਦਰੋਂ ਮਨ ਮੈਲਾ, ਅੰਦਰ ਵੈਰ ਵਿਰੋਧ, ਅੰਦਰ ਈਰਖਾ ਹੈ, ਨਫ਼ਰਤ ਹੈ, ਹਉਮੈ ਹੰਕਾਰ ਹੈ। ਹੁਣ ਮਨ ਹੈ ਜਿਹੜਾ ਮਨ ਮੈਲਾ ਹੈ, ਤੇ ਸਤਿਗੁਰੂ ਸਾਨੂੰ ਕਹਿੰਦੇ ਵੀ ਮਨ ਨੂੰ ਸ਼ੁੱਧ ਕਰੋ, ਮਨ ਨੂੰ ਧੋਵੋ। ਸੰਸਾਰ 'ਚ ਹੁਣ ਜੀਵ ਜਾਂਦੇ, ਤੀਰਥਾਂ 'ਤੇ ਵੀ ਜਾਂਦੇ। ਹੁਣ ਤੀਰਥਾਂ 'ਤੇ ਜਾ ਕੇ ਅਸੀਂ ਤਨ ਦਾ ਇਸ਼ਨਾਨ ਕਰਕੇ ਵਾਪਸ ਮੁੜ ਆਉਂਦੇ ਹਾਂ। ਜਿਹੜਾ ਮਨ ਸੀ ਉਹ ਮਨ ਤਾਂ ਮੈਲਾ ਹੀ ਰਹਿੰਦਾ। ਫਿਰ ਵੀ ਜੇ ਮਨ ਨਾ ਧੋਤਾ ਗਿਆ ਤਾਂ ਮਨ ਦਾ ਇਸ਼ਨਾਨ ਨਾ ਕੀਤਾ। ਮਹਾਰਾਜ ਇਸ ਲਈ ਸਮਝਾਉਂਦੇ, ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾਈ ਚੜੀਏ ਸਹੋਰ। ਬਾਹਰ ਧੋਤੀ ਤੂਮੜੀ, ਅੰਦਰ ਵੈਸਨ ਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਸਤਿਗੁਰੂ ਕਹਿੰਦੇ ਵੀ ਜੀਵ ਨਹਾਉਣ ਚੱਲੇ ਤੀਰਥੀ, ਮਨ ਦੇ ਖੋਟੇ। ਤੇ ਮਹਾਰਾਜ ਕਹਿੰਦੇ ਵੀ ਜੇ ਅਸੀਂ ਲਾਉਂਦੇ ਹਾਂ ਥੋੜ੍ਹਾ, ਤੇ ਉਦੋਂ ਦੁੱਗਣੀ ਹੋਰ ਲਵਾ ਕੇ ਆਉਂਦੇ ਹਾਂ ਉੱਥੋਂ। ਕਿਉਂਕਿ ਤੀਰਥ ਸਾਨੂੰ ਦੱਸਦੇ ਵੀ ਸਾਡੇ ਮਨ ਵਾਸਤੇ ਜਿਹੜਾ ਤੀਰਥ ਉਹ ਨਾਮ ਹੈ। ਮਹਾਰਾਜ ਕਹਿੰਦੇ ਵੀ ਮਨ ਨੂੰ ਤਾਂ ਅਸੀਂ ਨਮਾਇਆ ਨਹੀਂ, ਤਨ ਨੂੰ ਨਮਾ ਲਿਆ। ਤੇ ਤਨ ਨੂੰ ਨਮਾਉਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ। ਮਨ ਮੈਲੇ ਤਾਂ ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਈ, ਇਹ ਜਗਤ ਭਰਮ ਭੁਲਾਇਆ, ਬਿਰਲਾ ਬੂਝੇ ਕੋਈ। ਸਤਿਗੁਰੂ ਕਹਿੰਦੇ ਇਹ ਗੱਲ ਨੂੰ ਕੋਈ ਵਿਰਲੇ ਵਿਰਲੇ ਗੁਰਮੁਖ ਬੁੱਝਦੇ ਬਈ ਜੇ ਸਾਡਾ ਮਨ ਹੀ ਮੈਲਾ ਹੈ ਤੇ ਫਿਰ ਤਾਂ ਸਭ ਕੁਛ ਹੀ ਮੈਲਾ। ਤਨ ਨੂੰ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ। ਮਹਾਰਾਜ ਇਸ ਲਈ ਕਹਿੰਦੇ ਵੀ ਸੁੱਚੇ ਉਹ ਨਹੀਂ ਆਖੇ ਜਾਂਦੇ ਜਿਹੜੇ ਸਿਰਫ ਇਹ ਪਿੰਡੇ ਨੂੰ ਧੋਂਦੇ। ਸੁੱਚੇ ਉਹ ਮਨ ਨੇ ਜਿਨ੍ਹਾਂ ਮਨਾਂ ਦੇ ਵਿੱਚ ਸੱਚ ਪਰਮਾਤਮਾ ਵਸ ਗਏ। ਰਮਾਉਂਦੇ ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਈ, ਸੁੱਚੇ ਸਹੀ ਨਾਨਕ ਜਿਨ ਮਨ ਵਸਿਆ ਸੋਈ। ਬਈ ਸੁੱਚੇ ਤਾਂ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਮਾਲਕ ਵਸੇ। ਸੁੱਚੇ ਉਹ ਨਹੀਂ ਆਖੇ ਜਾਂਦੇ ਜਿਹੜੇ ਸਿਰਫ ਇਕੱਲੇ ਪਿੰਡੇ ਨੂੰ ਹੀ ਧੋਂਦੇ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਸਾਡੇ ਮਨ ਵਾਸਤੇ ਜੋ ਤੀਰਥ ਹੈ ਉਹ ਸਾਡੇ ਅੰਦਰ ਹੈ, ਨਾਮ। ਇਸ ਲਈ ਫਰਮਾਉਂਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵੀ ਤੀਰਥ ਸ਼ਬਦ ਦੀ ਵਿਚਾਰ ਕਰੋ। ਜਿਹੜਾ ਤੀਰਥ ਸਾਡੇ ਮਨ ਵਾਸਤੇ ਉਹ ਨਾਮ ਹੈ, ਪਰਮਾਤਮਾ ਦੇ ਚਰਨ। ਜੇ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਤੇ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਨਾਮ ਤੀਰਥ। ਹੁਣ ਮਹਾਰਾਜ ਕਹਿੰਦੇ ਉਹ ਤੀਰਥ ਕਿੱਥੇ ਹੈ? ਸਾਡੇ ਸਭਨਾਂ ਦੇ ਅੰਦਰ। ਨਾਮ ਸਾਡੇ ਸਾਰਿਆਂ ਦੇ ਅੰਦਰ ਹੈ ਤੇ ਨਾਮ ਨੂੰ ਤੀਰਥ ਕਹਿੰਦੇ ਸਾਡੇ ਮਨਾਂ ਵਾਸਤੇ। ਹੁਣ ਉਹ ਤੀਰਥ ਉੱਤੇ ਜਾਣ ਵਾਸਤੇ ਸਾਨੂੰ ਅਭਿਆਸ ਕਰਨਾ ਪੈਂਦਾ, ਸਿਮਰਨ ਕਰਨਾ ਪੈਂਦਾ। ਇਹ ਸਾਧਨ ਜਿਵੇਂ ਆਪਾਂ ਕਿਸੇ ਤੀਰਥ ਸਥਾਨ 'ਤੇ ਜਾਂਦੇ ਆਪਾਂ ਕੋਈ ਨਾ ਕੋਈ ਸਾਧਨ ਅਪਣਾਉਂਦੇ ਹਾਂ ਤੀਰਥ 'ਤੇ ਜਾਣ ਵਾਸਤੇ। ਕੋਈ ਜਿਵੇਂ ਕੋਈ ਬੱਸ 'ਤੇ ਜਾਂਦਾ ਹੈ, ਕੋਈ ਟ੍ਰੇਨ 'ਤੇ ਜਾਂਦਾ ਹੈ, ਕੋਈ ਆਪਣੀ ਗੱਡੀ 'ਤੇ ਚਲਾ ਜਾਂਦਾ। ਉਹ ਸਾਧਨ ਹੈ ਇੱਕ, ਬਈ ਉਹ ਤੀਰਥ ਤੱਕ ਪਹੁੰਚਣ ਵਾਸਤੇ, ਤੀਰਥ 'ਤੇ ਜਾਣ ਵਾਸਤੇ। ਹੁਣ ਮਹਾਰਾਜ ਕਹਿੰਦੇ ਵੀ ਸਾਡੇ ਅੰਦਰ ਤੀਰਥ ਹੈ। ਤੀਰਥ ਕੀ ਹੈ? ਨਾਮ। ਤੇ ਉਹ ਤੀਰਥ ਤੱਕ ਪਹੁੰਚੀਏ ਕਿਵੇਂ?
ਉਹ ਤੀਰਥ ਤੱਕ ਪਹੁੰਚਣ ਵਾਸਤੇ ਫਿਰ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਕੋਈ ਰਾਮ ਬੋਲੇ, ਕੋਈ ਅੱਲਾ ਬੋਲੇ, ਤੇ ਆਵਾ ਵਾਹਿਗੁਰੂ ਬੋਲਦੇ। ਇਹ ਸਾਰਾ ਬੋਲਣ ਦਾ ਮਕਸਦ ਇਹੀ ਹੈ ਵੀ ਅਸੀਂ ਉਹ ਤੀਰਥ ਤੱਕ ਚਲੇ ਜਾਈਏ, ਅਸੀਂ ਨਾਮ ਤੱਕ ਪਹੁੰਚ ਜਾਈਏ। ਨਾਮ ਸਭ ਦੇ ਅੰਦਰ ਇੱਕੋ ਹੀ ਹੈ, ਤੀਰਥ ਇੱਕੋ ਹੀ ਹੈ। ਨਾਮ ਜਿਹੜਾ ਚਾਹੇ ਕੋਈ ਰਾਮ ਰਾਮ ਜਪੇ, ਉਹਨੂੰ ਵੀ ਨਾਮ ਉਹੀਓ ਸੁਣਾਈ ਦੇਣਾ ਮਾਲਕ ਦੀ ਆਵਾਜ਼। ਚਾਹੇ ਕੋਈ ਹਰ ਹਰ ਜਪੇ ਤੇ ਇਹ ਸ਼ਬਦ ਉਹਨੂੰ ਵੀ ਉਹੀ ਸੁਣਨਾ ਅੰਦਰੋਂ, ਨਾਮ ਨਾਥ। ਆਪਾਂ ਵਾਹਿਗੁਰੂ ਜਪਦੇ ਹਾਂ ਤੇ ਸ਼ਬਦ ਆਪਾਂ ਨੂੰ ਵੀ ਉਹੀਓ ਸੁਣਨਾ ਸਾਡੇ ਅੰਦਰ। ਸੋ ਤਾਈਆਂ ਸਾਨੂੰ ਸਮਝਾਉਂਦੇ ਵੀ ਸ਼ਬਦ ਇੱਕੋ ਹੀ ਹੈ, ਨਾਮ ਨਾਦ। ਤੇ ਸਿਰਫ ਇਹ ਆਪੋ ਆਪਣੀ ਭਾਸ਼ਾਵਾਂ ਦੇ ਵਿੱਚ ਜੀਵਾਂ ਨੇ ਪਰਮੇਸ਼ਰ ਦੇ ਨਾਂ ਰੱਖੇ ਹੋਏ। ਕਿਸੇ ਨੇ ਰਾਮ ਆਖੇ, ਕਿਸੇ ਨੇ ਅੱਲਾ ਆਖੇ, ਕਿਸੇ ਨੇ ਸਵਾਮੀ ਆਖੇ, ਬੀਠਲ ਆਖੇ। ਤੇ ਜਦੋਂ ਤੋਂ ਪੰਜਾਬੀ ਭਾਸ਼ਾ ਸ਼ੁਰੂ ਹੋਈ ਹੈ, ਗੁਰੂ ਨਾਨਕ ਦੇ ਘਰ ਨੇ ਵਾਹਿਗੁਰੂ ਆਖੇ। ਹੁਣ ਪਰਮਾਤਮਾ ਇੱਕੋ ਹੀ ਹੈ, ਸਿਰਫ ਉਹਦੇ ਨਾਮ ਵੱਖੋ ਵੱਖਰੇ ਨੇ। ਮਹਾਰਾਜ ਕਹਿੰਦੇ ਅਸੰਖਾਂ ਦੀ ਗਿਣਤੀ ਦੇ ਵਿੱਚ ਪਰਮਾਤਮਾ ਦੇ ਜੀਵਾਂ ਨੇ ਆਪੋ ਆਪਣੀ ਭਾਸ਼ਾ ਦੇ ਵਿੱਚ ਨਾਂ ਰੱਖੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਸਾਨੂੰ ਫਰਮਾਉਂਦੇ ਅਸੰਖ ਨਾਮ ਅਸੰਖ ਥਾਮ, ਬਈ ਅਸੰਖਾਂ ਹੀ ਐਸੀਆਂ ਥਾਵਾਂ ਬਣਾਈਆਂ ਜਿੱਥੇ ਮਾਲਕ ਨੂੰ ਚੇਤੇ ਕੀਤਾ ਜਾਂਦਾ। ਜਿਵੇਂ ਆਪਾਂ ਗੁਰੂ ਘਰ ਬਣਾਏ, ਅਸੰਖਾਂ ਦੀ ਗਿਣਤੀ 'ਚ ਜੀਵਾਂ ਨੇ ਪਰਮਾਤਮਾ ਦੇ ਨਾਂ ਰੱਖੇ ਤੇ ਅਸੰਖਾਂ ਹੀ ਥਾਵਾਂ ਬਣਾਈਆਂ ਹੋਈਆਂ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਉਹ ਹੈ ਆਪ ਇੱਕ ਹੀ ਹੈ ਪਰਮਾਤਮਾ। ਜਿਹੜੀ ਉਹਦੀ ਮੁੱਖ ਦੀ ਆਵਾਜ਼ ਹੈ ਨਾਮ, ਉਹ ਨਾਮ ਵੀ ਇੱਕੋ ਹੀ। ਇਹ ਸਿਰਫ ਆਪੋ ਆਪਣੀ ਭਾਸ਼ਾ ਦੇ ਵਿੱਚ ਅਸੀਂ ਪਰਮੇਸ਼ਰ ਦੇ ਨਾਂ ਰੱਖੇ ਹੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਫਿਰ ਸੱਚ ਤੇ ਨਾਮ ਦਾ ਭੇਦ ਦੇਣ ਵਾਸਤੇ ਇਸ ਲੋਕ 'ਚ ਆਏ, ਜਦੋਂ ਉਦਾਸੀਆਂ 'ਤੇ ਚੱਲੇ, ਉਹਨਾਂ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਕੀਤਾ। ਜਦੋਂ ਮੱਕੇ ਗਏ ਤੇ ਉੱਥੇ ਜਾ ਕੇ ਵਿਚਾਰ ਹੋਈ ਨੂਰ ਦੇ ਉੱਤੇ, ਬਈ ਨੂਰ ਤਾਂ ਪਰਮਾਤਮਾ ਇੱਕੋ ਹੀ ਹੈ ਤੇ ਐਸੀ ਕਿਹੜੀ ਥਾਂ ਹੈ ਵੀ ਜਿੱਥੇ ਨੂਰ ਨਹੀਂ, ਹਰ ਪਾਸੇ ਮੌਜੂਦ। ਹੁਣ ਜਿਹੜੇ ਆਪ ਨੇ ਆਪ ਨੂੰ ਮੁੱਲਾ ਕਹਿੰਦੇ ਸੀ ਵੀ ਅਸੀਂ ਕਾਜੀ ਹਾਂ, ਇਹ ਮਹਾਰਾਜ ਕਹਿੰਦੇ ਵੀ ਤੁਸੀਂ ਕਾਜੀ ਤਾਂ ਹੋ ਜੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਜਾਣਦੇ ਹੋ। ਜਿਹਨੂੰ ਤੂੰ ਖੁਦਾ ਕਹਿੰਦਾ ਹੈ, ਜਿਹਨੂੰ ਤੂੰ ਅੱਲਾ ਕਹਿੰਦਾ ਹੈ, ਜਿਹਦਾ ਤੂੰ ਅੱਲਾ ਤੇ ਖੁਦਾ ਦੇ ਨਾਮ ਨੂੰ ਜਾਣਦਾ ਹੈ। ਨਾਮ ਕੀ ਹੈ? ਨਾਦ, ਸ਼ਬਦ। ਫੇਰ ਹੀ ਤੂੰ ਮੁੱਲਾ, ਫੇਰ ਹੀ ਤੂੰ ਕਾਜੀ ਹੈ ਜੇ ਤੂੰ ਨਾਮ ਨੂੰ ਜਾਣਦਾ। ਮਹਾਰਾਜ ਕਹਿੰਦੇ ਤਾਂ ਤੂੰ ਮੁੱਲਾ, ਤਾਂ ਤੂੰ ਕਾਜੀ ਜਿਨ ਜਾਣੇ ਨਾਮ ਖੁਦਾਈ। ਬਈ ਜਿਹਨੂੰ ਤੂੰ ਖੁਦਾ ਕਹਿੰਦਾ, ਖੁਦਾ ਤੋਂ ਵੀ ਕਹਿੰਦੇ ਅੱਲਾ ਕਹਿੰਦੇ ਹੋ। ਉਹ ਕਹਿੰਦੇ ਜਿਹਨੂੰ ਤੂੰ ਖੁਦਾ ਕਹਿੰਦਾ, ਜਿਹਨੂੰ ਤੂੰ ਅੱਲਾ ਕਹਿੰਦਾ ਹੈ, ਜੇ ਤੂੰ ਉਹ ਖੁਦਾ ਤੇ ਅੱਲਾ ਦੇ ਨਾਮ ਨੂੰ ਜਾਣਦਾ ਹੈ ਫਿਰ ਤਾਂ ਤੂੰ ਕਾਜੀ ਹੈ। ਤੇ ਜੇ ਤੈਨੂੰ ਪਤਾ ਹੀ ਨਹੀਂ, ਨਾਮ ਦਾ ਭੇਦ ਹੀ ਨਹੀਂ, ਤੇ ਫਿਰ ਤੂੰ ਕਾਹਦਾ ਕਾਜੀ? ਹੁਣ ਇਸੇ ਤਰ੍ਹਾਂ ਹੀ ਉਹ ਸਿਰਫ ਇਕੱਲਾ ਕਾਜ਼ੀਆਂ ਨੂੰ ਹੀ ਨਹੀਂ ਕਹਿੰਦੇ, ਸਾਨੂੰ ਵੀ ਕਹਿੰਦੇ। ਜਿਵੇਂ ਹੁਣ ਉਹ ਕਾਜੀ ਨੇ ਉਹਨੇ ਭੇਸ ਕਰ ਲਿਆ ਬਾਹਰਲਾ, ਵੀ ਬਾਹਰੋਂ ਕਹਿੰਦਾ ਵੀ ਇਹ ਮੁੱਲਾ ਜੀ, ਇਹ ਕਾਜੀ ਹੈ। ਹੁਣ ਅਸੀਂ ਭੇਸ ਕਰ ਲਿਆ ਵੀ ਅਸੀਂ ਗੁਰਮੁਖ ਹਾਂ ਜੀ। ਮਹਾਰਾਜ ਸਾਨੂੰ ਕਹਿੰਦੇ ਵੀ ਤੁਸੀਂ ਗੁਰਮੁਖ ਤਾਂ ਹੋ ਜੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਜਾਣਦੇ ਹੋ। ਜੇ ਤੁਸੀਂ ਨਾਮ ਨੂੰ ਜਾਣਦੇ ਹੋ ਫਿਰ ਤਾਂ ਤੁਸੀਂ ਜੀਵਨ ਮੁਕਤ ਹੋ। ਜੇ ਅਸੀਂ ਸਿਰਫ ਬਾਹਰੀ ਪਹਿਰਾਵਾ ਕੀਤਾ ਗੁਰਮੁਖਾਂ ਵੱਲ ਤੇ ਕਹਿੰਦੇ ਵੀ ਸਾਨੂੰ ਗੁਰਮੁਖੀ, ਫਿਰ ਉਹ ਕਹਿੰਦੇ ਵੀ ਜੇ ਤੁਸੀਂ ਨਾਮ ਨੂੰ ਨਹੀਂ ਬੁੱਝਿਆ ਫਿਰ ਤੁਸੀਂ ਇਹ ਨਾ ਸਮਝੋ ਵੀ ਤੁਸੀਂ ਜੀਵਨ ਮੁਕਤ ਹੋ। ਇਕੱਲਾ ਬਾਹਰੀ ਲਿਬਾਸ ਪਾ ਕੇ ਤੁਸੀਂ ਮੁਕਤ ਨਹੀਂ ਹੋ ਸਕਦੇ। ਮਾਰੇ ਫਰਮਾਉਂਦੇ ਜਿਨ ਗੁਰਮੁਖ ਨਾਮ ਨਾ ਬੁੱਝੇ ਮਰ ਜਨਮੇ ਆਵੇ ਜਾਈ।
ਬਈ ਜਿਵੇਂ ਉਧਰ ਕਾਜੀ ਨੂੰ ਆਖਿਆ ਵੀ ਤੂੰ ਤਾਂ ਮੁੱਲਾ ਤਾਂ ਤੂੰ ਕਾਜੀ ਹੈ ਜੇ ਤੂੰ ਪਰਮਾਤਮਾ ਦੇ ਖੁਦਾ ਦੇ ਨਾਮ ਨੂੰ ਬੁੱਝਦਾ ਇੱਥੋਂ। ਸਾਨੂੰ ਕਹਿੰਦੇ ਤੁਸੀਂ ਤਾਂ ਜੀਵਨ ਮੁਕਤ ਹੋ ਜੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਜਾਣਦੇ ਹੋ। ਜੇ ਤੁਸੀਂ ਨਾਮ ਨੂੰ ਬੁੱਝਿਆ ਤੇ ਤੁਸੀਂ ਜੀਵਨ ਮੁਕਤ ਹੋ, ਜੇ ਤੁਸੀਂ ਨਾਮ ਨੂੰ ਨਹੀਂ ਬੁੱਝਿਆ ਫਿਰ ਤੁਸੀਂ ਇਹ ਨਾ ਸਮਝੋ ਵੀ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਜੇ ਅਸੀਂ ਬਾਹਰੀ ਪਹਿਰਾਵਾ ਕਰਕੇ ਵੀ ਗੁਰਮੁਖਾਂ ਵਾਲਾ, ਜੇ ਅਸੀਂ ਸ਼ਬਦ ਗੁਰੂ ਦੀ ਸੇਵਾ ਨਹੀਂ ਕੀਤੀ, ਉਹ ਸ਼ਬਦ ਗੁਰੂ ਨੂੰ ਬੁੱਝਿਆ ਨਹੀਂ, ਫਿਰ ਸਾਨੂੰ ਕਹਿੰਦੇ ਵੀ ਇਹਨਾਂ ਨੇ ਜੀਵਨ ਤਾਂ ਆਪਦਾ ਸਾਰਾ ਵਿਅਰਥ ਹੀ ਖਰਾਬ ਕਰ ਲਿਆ ਨਾਮ ਤੋਂ ਬਿਨਾਂ। ਬਈ ਉੱਦਾਂ ਕਹਿੰਦੇ ਸਾਡਾ ਸ਼ਬਦ ਗੁਰੂ ਹੈ, ਤੇ ਸ਼ਬਦ ਗੁਰੂ ਦਾ ਇਹਨਾਂ ਨੂੰ ਪਤਾ ਕੋਈ ਨਹੀਂ ਵੀ ਸ਼ਬਦ ਗੁਰੂ ਹੈ ਕਿੱਥੇ। ਮਹਾਰਾਜ ਫਰਮਾਉਂਦੇ ਜਨ ਹਰ ਕਾ ਨਾਮ ਨ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ। ਬਈ ਇਹ ਉਦਾਂ ਤਾਂ ਕਹਿੰਦੇ ਅਸੀਂ ਗੁਰਮੁਖ ਹਾਂ, ਅਸੀਂ ਸ਼ਬਦ ਗੁਰੂ ਦੇ ਪੁਜਾਰੀ ਹਾਂ, ਅਸੀਂ ਮੰਨਦੇ ਹਾਂ ਸ਼ਬਦ ਗੁਰੂ ਨੂੰ ਜੀ। ਅਤੇ ਉਹ ਸ਼ਬਦ ਗੁਰੂ ਕਿਹੜਾ ਹੈ, ਉਹ ਸ਼ਬਦ ਗੁਰੂ ਕਿੱਥੇ ਹੈ, ਕਿਹਨੂੰ ਸ਼ਬਦ ਗੁਰੂ ਕਹਿੰਦੇ, ਉਹਦਾ ਭੇਦ ਕੋਈ ਨਹੀਂ, ਉਹਦਾ ਪਤਾ ਹੀ ਕੁਛ ਨਹੀਂ। ਇਹ ਮਾਰੇ ਹੀ ਕਹਿੰਦੇ ਜੇ ਤੁਹਾਨੂੰ ਸ਼ਬਦ ਗੁਰੂ ਦਾ ਹੀ ਨਹੀਂ ਪਤਾ ਅਤੇ ਸ਼ਬਦ ਗੁਰੂ ਦੀ ਤੁਸੀਂ ਕਦੇ ਸੇਵਾ ਨਹੀਂ ਕੀਤੀ, ਫਿਰ ਤਾਂ ਤੁਸੀਂ ਆਪਦਾ ਜੀਵਨ ਸੀ ਜਿਹੜਾ ਉਹ ਸਾਰਾ ਵਿਅਰਥ ਹੀ ਖਰਾਬ ਕਰ ਲਿਆ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਉਹ ਸ਼ਬਦ ਗੁਰੂ ਹੈ ਅਗੰਮ ਦੇ ਵਿੱਚ, ਜਿਸ ਨੂੰ ਗੁਰਬਾਣੀ ਗੁਰੂ ਵਿੱਚ ਸ਼ਬਦ ਗੁਰੂ ਆਖੀਏ, ਉਹ ਸ਼ਬਦ ਗੁਰੂ ਹੈ ਜਿਹੜਾ ਉਹ ਇਸ ਭਾਸ਼ਾ ਦੇ ਵਿੱਚ ਨਹੀਂ ਆਉਂਦਾ ਸੰਸਾਰ ਦੀ, ਨਾ ਦਾ ਉਹ ਸ਼ਬਦ ਗੁਰੂ ਕਿਸੇ ਲਿਖਤ ਪੜ੍ਹਤ ਵਿੱਚ ਆਉਂਦਾ, ਨਾ ਉਹ ਬੋਲਣ ਵਿੱਚ ਆਉਂਦਾ। ਉਹ ਸ਼ਬਦ ਗੁਰੂ ਦਾ ਕੋਈ ਰੂਪ ਰੇਖ, ਕੋਈ ਰੰਗ ਭੇਖ, ਕੋਈ ਚੱਕਰ ਚੇਨ ਨਹੀਂ ਹੈ। ਉਹ ਅਨਹਦ ਸ਼ਬਦ ਹੈ, ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ ਤੇ ਸਰੂਪ ਨਾ ਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀ ਆ। ਬਈ ਉਹ ਸ਼ਬਦ ਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ, ਉਹਨੂੰ ਨਾਮ ਨਿਰੰਜਨ ਕਹਿੰਦੇ, ਮਾਇਆ ਤੋਂ ਰਹਿਤ। ਜਦੋਂ ਅਸੀਂ ਉਹਨੂੰ ਸੁਣਾਂਗੇ ਤੇ ਸੁਣਨ ਦੇ ਨਾਲ ਅਸੀਂ ਸੁਖੀ ਹੋ ਜਾਵਾਂਗੇ। ਪਰ ਸਤਿਗੁਰੂ ਕਹਿੰਦੇ ਵੀ ਇਹ ਨਾਮ ਨੂੰ ਸੁਣਦੇ ਵਿਰਲੇ ਵਿਰਲੇ ਗੁਰਮੁਖ ਨੇ, ਬੁੱਝਦੇ ਜਿਹੜੇ ਸ਼ਬਦ ਗੁਰੂ ਨੂੰ ਨਹੀਂ, ਤਾਂ ਜੀਵ ਨੂੰ ਸ਼ਬਦ ਗੁਰੂ ਦਾ ਪਤਾ ਹੀ ਨਹੀਂ। ਫਰਮਾਉਂਦੇ ਨੇ ਨਾਮ ਨਿਰੰਜਨ ਨਿਰਮਲਾ, ਸੁਣਿਆ ਸੁਖ ਹੋਈ, ਸੁਣ ਸੁਣ ਮਨ ਵਸਾਈਏ ਬੂਝੇ ਜਨ ਕੋਈ। ਬਈ ਨਾਮ ਨਿਰੰਜਨ ਜਿਹੜਾ ਮਾਇਆ ਤੋਂ ਰਹਿਤ, ਉਹਨੂੰ ਸੁਣ ਕੇ ਅਸੀਂ ਸੁਖੀ ਹੋ ਸਕਦੇ। ਜਿਉਂ ਜਿਉਂ ਸੁਣਾਂਗੇ ਤਿਉਂ ਤਿਉਂ ਅਸੀਂ ਸੁਖੀ ਹੁੰਦੇ ਜਾਵਾਂਗੇ। ਪਰ ਮਹਾਰਾਜ ਕਹਿੰਦੇ ਇਹਨੂੰ ਬੁੱਝਦਾ ਕੋਈ ਵਿਰਲਾ ਵਿਰਲਾ। ਹੁਣ ਜਿਨ੍ਹਾਂ ਨੇ ਫਿਰ ਇਹ ਸ਼ਬਦ ਗੁਰੂ ਦਾ ਨਹੀਂ ਭੇਤ ਲਿਆ, ਨਹੀਂ ਸ਼ਬਦ ਗੁਰੂ ਨਾਲ ਜੁੜੇ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਮਨਮੁਖ ਕਹਿੰਦੇ। ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ ਉਹ ਸੰਸਾਰ ਦੇ ਵਿੱਚ ਲੈਣ ਕੀ ਆਏ, ਅੱਗੇ ਉਹਨੇ ਭਗਤੀ ਨਹੀਂ ਕੀਤੀ, ਸ਼ਬਦ ਗੁਰੂ ਦੀ ਕਮਾਈ ਨਹੀਂ ਕੀਤੀ, ਅਤੇ ਉਹਨੇ ਤਾਂ ਆਪਦਾ ਜੀਵਨ ਸਾਰਾ ਵਿਅਰਥ ਹੀ ਖਰਾਬ ਕਰ ਲਿਆ। ਸਤਿਗੁਰੂ ਇਸ ਲਈ ਫਰਮਾਉਂਦੇ ਭਾਈ ਰੇ ਮਨਮੁਖ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਾ ਨਾ ਕੀਨੀ, ਵਿਰਥਾ ਜਨਮ ਗਵਾਇਆ। ਬਈ ਇਹਨਾਂ ਨੇ ਪੂਰੇ ਗੁਰੂ ਦੀ ਕਦੇ ਸੇਵਾ ਹੀ ਨਹੀਂ ਕੀਤੀ, ਅਤੇ ਜਿਹੜਾ ਜੀਵਨ ਸੀ ਆਪਦਾ ਸਾਰਾ ਵਿਅਰਥ ਹੀ ਗਵਾ ਲਿਆ। ਹੁਣ ਜਿਹੜੀ ਸ਼ਬਦ ਗੁਰੂ ਦੀ ਸੇਵਾ ਹੁੰਦੀ, ਉਹ ਹੁੰਦੀ ਸੁਣ ਸੁਣ ਕੇ। ਪਰਮਾਤਮਾ ਬੋਲ ਰਹੇ, ਅਸੀਂ ਸਿਰਫ ਸੁਣਨਾ ਹੁੰਦਾ। ਉੱਥੇ ਆਹ ਭਾਸ਼ਾ ਖਤਮ ਹੋ ਜਾਂਦੀ, ਆਪਣੀ ਬੋਲਣ ਦੀ ਜਿਹੜੀ ਭਾਸ਼ਾ ਇਹ ਖਤਮ ਹੋ ਜਾਂਦੀ। ਜਦੋਂ ਹੁਣ ਆਪਾਂ ਇਹ ਸਿਮਰਨ ਕਰਦੇ ਹਾਂ ਆਪਣੀ ਭਾਸ਼ਾ ਦੇ ਵਿੱਚ, ਇਹ ਆਪਾਂ ਵਾਹਿਗੁਰੂ ਬੋਲਦੇ ਹਾਂ। ਹੁਣ ਜਦੋਂ ਇਹ ਸਿਮਰਨ ਕਰਦੇ ਕਰਦੇ ਆਪਾਂ ਪਾਉਣ ਤੋਂ ਵੱਖ ਹੋ ਜਾਵਾਂਗੇ, ਉੱਥੇ ਸਿਮਰਨ ਬੰਦ ਹੋ ਜਾਂਦਾ। ਫਿਰ ਅਸੀਂ ਅਗੰਮ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਜਿੱਥੇ ਭਾਸ਼ਾ ਖਤਮ ਹੋ ਜਾਂਦੀ। ਉਸ ਤੋਂ ਅੱਗੇ ਫਿਰ ਇਹ ਨਾਮ ਹੈ ਜਿਹੜਾ ਇਹ ਸ਼ੁਰੂ ਹੁੰਦਾ ਹੈ, ਅਨਹਦ ਸ਼ਬਦ, ਜਿੱਥੇ ਪੌਣ ਪਾਣੀ ਵਸੰਤਰ, ਜਿਸ ਦੁਆਰਾ ਇਹ ਭਾਸ਼ਾ ਸੰਸਾਰ ਦੀ ਪ੍ਰਗਟ ਹੁੰਦੀ।
ਜਿਸ ਨੂੰ ਮਹਾਰਾਜ ਕਹਿੰਦੇ ਅਗਨ ਬਿੰਬ ਪਾਉਣੇ ਕੀ ਬਾਣੀ 3 ਨਾਮ ਕੇ ਦਾਸਾ। ਬਈ ਇਹ ਜਿਹੜੀਆਂ ਭਾਸ਼ਾਵਾਂ ਜਿੰਨੀਆਂ ਵੀ ਸੰਸਾਰ ਵਿੱਚ ਬੋਲੀਆਂ ਜਾਂਦੀਆਂ ਇਹਨੂੰ ਕਹਿੰਦੇ ਅਗਨ ਬਿੰਬ ਪਾਉਣੇ ਕੀ ਬਾਣੀ। ਬਈ ਇਹ ਪੌਣ ਬਾਣੀ ਵਸੰਤਰ ਦੁਆਰਾ ਇਹ ਬਾਣੀ ਪ੍ਰਗਟ ਹੁੰਦੀ, ਇਹਨੂੰ ਕੱਚੀ ਬਾਣੀ ਕਹਿੰਦੇ। ਇਹ ਜਿਹੜੇ ਪੌਣ ਬਾਣੀ ਵਸੰਤਰ ਇਹ ਬਾਣੀ ਇਹ ਨਾਮ ਦੀ ਦਾਸੀ ਹੈ, ਨਾਮ ਦੇ ਮਤਹਿਤ, ਨਾਮ ਤੋਂ ਥੱਲੇ, ਨਾਮ ਇਹਨਾਂ ਤੋਂ ਉੱਪਰ ਹੈ। ਜਿੱਥੇ ਹੁਣ ਇਹ ਭਾਸ਼ਾ ਖਤਮ ਹੋ ਜਾਏਗੀ, ਜਿੱਥੇ ਪੌਣ ਪਾਣੀ ਵਸੰਤਰ ਖਤਮ ਹੋ ਜਾਣਗੇ, ਉਸ ਤੋਂ ਉੱਪਰ ਨਾਮ ਸ਼ੁਰੂ ਹੁੰਦਾ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਓ। ਬਈ ਜਿੱਥੇ ਭਾਸ਼ਾ ਖਤਮ ਹੋ ਜਾਏਗੀ, ਜਿੱਥੇ ਪੌਣ ਪਾਣੀ ਅਗਨ ਖਤਮ ਹੋ ਜਾਣਗੇ, ਉਸ ਤੋਂ ਅੱਗੇ ਨਾਮ ਨੇ ਸ਼ੁਰੂ ਹੋਣ। ਤਾਂਹੀਓ ਸਾਨੂੰ ਕਹਿੰਦੇ ਵੀ ਨਾਮ ਇਹ ਭਾਸ਼ਾ 'ਚ ਨਹੀਂ ਆਉਂਦਾ, ਕਿਉਂਕਿ ਉੱਥੇ ਭਾਸ਼ਾ ਹੀ ਨਹੀਂ ਹੈ। ਨਾਮ ਕਿਸੇ ਲਿਖਤ ਪੜ੍ਹਤ 'ਚ ਨਹੀਂ ਆਉਂਦਾ, ਕਿਉਂਕਿ ਇਹ ਲਿਖਿਆ ਨਹੀਂ ਜਾਂਦਾ, ਉਹਦਾ ਕੋਈ ਰੂਪ ਰੰਗ ਕੋਈ ਰੀਖ ਭੀਖ ਨਹੀਂ। ਸੰਸਾਰ ਦੇ ਵਿੱਚ ਐਸੀ ਕੋਈ ਕਲਮ ਜਾਂ ਐਸਾ ਕੋਈ ਕਾਗਜ਼ ਨਹੀਂ ਬਣਿਆ ਜਿਹਦੇ ਉੱਤੇ ਨਾਮ ਲਿਖਿਆ ਜਾ ਸਕੇ। ਤਾਂਹੀਓ ਸਾਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਫਰਮਾਉਂਦੇ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਗਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੇ ਮਨ ਕੋਈ। ਵੀ ਇਹ ਜਿਹੜਾ ਨਾਮ ਨਿਰੰਜਨ ਐਸਾ ਹੈ ਵੀ ਜਿਹੜਾ ਲਿਖਿਆ ਨਹੀਂ ਜਾਂਦਾ, ਕੋਈ ਐਸਾ ਕਾਗਜ਼ ਜਾਂ ਕਲਮ ਹੀ ਨਹੀਂ ਬਣੀ ਜਿਹਦੇ ਦੁਆਰਾ ਲਿਖਿਆ ਜਾਵੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹਨੂੰ ਅਸੀਂ ਸੁਣ ਸਕਦੇ ਹਾਂ। ਸੁਣ ਵੀ ਕਿਵੇਂ ਸਕਦੇ? ਗੁਰੂ ਦੀ ਮੱਤ ਲੈ ਕੇ। ਆਪਦੀ ਮੱਤ ਦੁਆਰਾ ਅਸੀਂ ਨਾਮ ਤੱਕ ਪਹੁੰਚ ਨਹੀਂ ਸਕਦੇ, ਸਾਨੂੰ ਸੁਣੇਗਾ ਨਹੀਂ। ਹੁਣ ਇਹ ਜਿਹੜਾ ਨਾਮ ਪਿਛਲੇ ਯੁੱਗਾਂ ਦੇ ਵਿੱਚ ਗੁਪਤ ਰਿਹਾ, ਜੀਵ ਕਈ ਹਜ਼ਾਰਾਂ ਸਾਲ ਤਪ ਕਰਦੇ ਰਹਿੰਦੇ ਤਾਂ ਵੀ ਉਹਨਾਂ ਨੂੰ ਨਾਮ ਦਾ ਭੇਤ ਨਾ ਹੁੰਦਾ। ਹੁਣ ਇਹ ਕਲਯੁੱਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਸਾਨੂੰ ਬੜਾ ਖੁੱਲ੍ਹ ਕੇ ਨਾਮ ਦਾ ਭੇਤ ਦਿੱਤਾ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਨਾਮ ਸਾਡੇ ਸਾਰਿਆਂ ਦੇ ਅੰਦਰ ਗੁਪਤ ਹੈ, ਇਹ ਕਲਯੁੱਗ ਦੇ ਵਿੱਚ ਪ੍ਰਗਟ ਹੁੰਦਾ, ਅਤੇ ਪ੍ਰਗਟ ਉਹਨਾਂ ਦੇ ਅੰਦਰ ਹੁੰਦਾ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ। ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਣਗੇ ਉਹਨਾਂ ਦੇ ਅੰਦਰ ਇਹ ਜਿਹੜਾ ਨਾਮ ਗੁਪਤ ਹੈ ਸਾਡੇ ਸਭ ਦੇ ਅੰਦਰ, ਮਹਾਰਾਜ ਕਹਿੰਦੇ ਪ੍ਰਗਟ ਹੋ ਜਾਏਗਾ। ਫਰਮਾਉਂਦੇ ਨੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਿਹਾ, ਨਾਮ ਰਤਨ ਤਿਨ ਹਿਰਦੇ ਪ੍ਰਗਟੇ, ਜੋ ਗੁਰ ਸ਼ਰਨਾਈ ਭਜ ਪਏ। ਵੀ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਜਾਵਾਂਗੇ, ਨਾਮ ਸਾਡੇ ਅੰਦਰ ਗੁਪਤ ਤੇ ਪ੍ਰਗਟ ਹੋ ਜਾਏਗਾ। ਇਹ ਨਾਲ ਹੀ ਜਿਹੜੀ ਸਾਡੇ ਅੰਦਰ ਸੱਚੀ ਬਾਣੀ ਹੈ ਉਹ ਬਾਣੀ ਪ੍ਰਗਟ ਹੋ ਜਾਂਦੀ, ਜਿਹਨੂੰ ਗੁਪਤ ਬਾਣੀ ਕਹਿੰਦੇ। ਮਹਾਰਾਜ ਫਰਮਾਉਂਦੇ ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਈ ਸੱਚ ਸੋਈ। ਬਈ ਜਿਹੜੀ ਬਾਣੀ ਸਾਡੇ ਅੰਦਰ ਗੁਪਤ ਹੈ ਉਹਨੇ ਪ੍ਰਗਟ ਹੋ ਜਾਣਾ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਜਾਵਾਂਗੇ। ਹੁਣ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਭਾਵ ਕੀ ਹੁੰਦਾ? ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਭਾਵ ਇਹ ਹੁੰਦਾ ਵੀ ਜੋ ਗੁਰੂ ਸਾਨੂੰ ਬਚਨ ਕਹਿੰਦਾ ਉਹ ਬਚਨਾਂ ਨੂੰ ਮੰਨਣਾ। ਜਦੋਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਗੁਰੂ ਦੇ ਬਚਨ ਮੰਨਾਂਗੇ, ਤੇ ਫਿਰ ਕਹਿੰਦੇ ਵੀ ਇਹ ਗੁਰੂ ਦੀ ਸ਼ਰਨ 'ਚ ਆ ਗਈ। ਜੇ ਹੁਣ ਅਸੀਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਦੇ, ਤੇ ਫਿਰ ਅਸੀਂ ਆਖੀਏ ਵੀ ਅਸੀਂ ਗੁਰਬਾਣੀ ਗੁਰੂ ਨੂੰ ਗੁਰੂ ਮੰਨਦੇ ਹਾਂ ਜੀ। ਗੁਰੂ ਨੂੰ ਮੰਨਣਾ ਕੀ ਹੁੰਦਾ? ਗੁਰੂ ਦਾ ਬਚਨ ਮੰਨਣਾ ਹੁੰਦਾ, ਗੁਰੂ ਦੇ ਆਖੇ ਲੱਗਣਾ ਹੁੰਦਾ। ਜੇ ਹੁਣ ਅਸੀਂ ਗੁਰੂ ਦਾ ਬਚਨ ਤਾਂ ਮੰਨਦੇ ਨਹੀਂ, ਗੁਰੂ ਜਿਹੜੀ ਸਾਨੂੰ ਕਾਰ ਕਹਿ ਰਿਹਾ ਉਹ ਕਾਰ ਤਾਂ ਅਸੀਂ ਕਮਾਉਂਦੇ ਨਹੀਂ, ਕਰਦੇ ਨਹੀਂ, ਫਿਰ ਅਸੀਂ ਉਦਾਂ ਹੀ ਆਖੀ ਚੱਲੀਏ ਅਸੀਂ ਗੁਰਬਾਣੀ ਗੁਰੂ ਨੂੰ ਗੁਰੂ ਮੰਨਦੇ ਹਾਂ, ਅਤੇ ਗੁਰੂ ਜੋ ਕਹਿ ਰਿਹਾ ਉਹਨੂੰ ਅਸੀਂ ਮੰਨਦੇ ਕੋਈ ਨਹੀਂ। ਫਿਰ ਇਹ ਨਹੀਂ ਕਹਿੰਦੇ ਵੀ ਇਹ ਸ਼ਰਨ 'ਚ ਆਏ ਨੇ। ਸ਼ਰਨ 'ਚ ਆਉਣ ਦਾ ਭਾਵ ਇਹ ਨਹੀਂ ਹੁੰਦਾ ਵੀ ਆਏ ਤੇ ਆ ਕੇ ਮੱਥਾ ਟੇਕਿਆ ਅਤੇ ਵਾਪਸ ਮੁੜ ਕੇ। ਸ਼ਰਨ ਦੇ ਵਿੱਚ ਆਉਣ ਦਾ ਭਾਵ ਹੁੰਦਾ ਵੀ ਅਸੀਂ ਗੁਰੂ ਪਾਸ ਆਏ ਹਾਂ, ਗੁਰੂ ਨੂੰ ਨਮਸਕਾਰ ਕੀਤੀ, ਅਤੇ ਵੀ ਜੋ ਤੁਸੀਂ ਸਾਨੂੰ ਬਚਨ ਆਖੋਗੇ ਅਸੀਂ ਉਹਨਾਂ ਬਚਨਾਂ ਨੂੰ ਕਮਾਵਾਂਗੇ, ਅਸੀਂ ਤੁਹਾਡੇ ਆਖੇ ਲੱਗਾਂਗੇ। ਜਦੋਂ ਫਿਰ ਅਸੀਂ ਇਸ ਅਵਸਥਾ 'ਚ ਆਉਂਦੇ ਹਾਂ
ਫਿਰ ਸਾਨੂੰ ਗੁਰੂ ਦੱਸਦੇ ਵੀ ਅਸੀਂ ਕਿਹੜੀ ਕਾਰ ਕਮਾਉਣੀ ਹੈ। ਫਿਰ ਉਹ ਸਾਨੂੰ ਕਹਿੰਦੇ ਵੀ ਸਿਮਰਨ ਕਰੋ। ਹੁਣ ਜਦੋਂ ਅਸੀਂ ਸਿਮਰਨ ਕਰਾਂਗੇ ਤੇ ਫਿਰ ਸਮਝ ਲਓ ਵੀ ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ ਫਿਰ ਅਸੀਂ ਗੁਰੂ ਦੀ ਸ਼ਰਨ 'ਚ ਆ ਗਏ। ਜੇ ਹੁਣ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਦੇ, ਸਾਨੂੰ ਗੁਰੂ 'ਤੇ ਭਰੋਸਾ ਹੀ ਨਹੀਂ, ਸਾਨੂੰ ਪ੍ਰਤੀਤ ਹੀ ਨਹੀਂ, ਫਿਰ ਚਾਹੇ ਅਸੀਂ ਸਵੇਰੇ ਸ਼ਾਮ ਕੀ 100 ਵਾਰੀ ਆਈਏ ਜਾਈਏ, ਸਾਡੇ ਅੰਦਰ ਹੀ ਨਹੀਂ ਬਦਲੇਗਾ, ਸਾਡਾ ਮਨ ਹੀ ਨਹੀਂ ਬਦਲੇਗਾ। ਮਹਾਰਾਜ ਫਰਮਾਉਂਦੇ ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ। ਵੀ ਚਾਹੇ ਅਸੀਂ 100 ਵਾਰੀ ਆਈਏ ਜਾਈਏ, ਪਰ ਜਦ ਤੱਕ ਸਾਨੂੰ ਗੁਰੂ 'ਤੇ ਭਰੋਸਾ ਹੀ ਨਹੀਂ, ਜਦੋਂ ਤੱਕ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਹੀ ਨਹੀਂ ਕਮਾਉਂਦੇ, ਜਦ ਤੱਕ ਅਸੀਂ ਸਿਮਰਨ ਹੀ ਨਹੀਂ ਕਰਾਂਗੇ, ਗੁਰੂ ਦੀ ਮੱਤ ਲਵਾਂਗੇ ਨਹੀਂ, ਤੇ ਉਹਨਾਂ ਸਮਾਂ ਸਾਨੂੰ ਪ੍ਰਾਪਤੀ ਨਹੀਂ ਹੋਏਗੀ। ਸੋ ਇਸ ਵਾਸਤੇ ਫਿਰ ਜੋ ਬਚਨ ਸਾਨੂੰ ਗੁਰੂ ਕਹਿੰਦਾ, ਜਦੋਂ ਅਸੀਂ ਉਹਨਾਂ ਬਚਨਾਂ ਨੂੰ ਕਮਾਉਂਦੇ, ਜਦੋਂ ਅਸੀਂ ਕਮਾ ਕੇ ਫਿਰ ਸਿਮਰਨ ਕਰਦੇ ਹਾਂ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਇਹ ਉਦੋਂ ਕਹਿੰਦੇ ਵੀ ਇਹਨਾਂ ਨੇ ਆਪਦੀ ਮੱਤ ਛੱਡ ਦਿੱਤੀ ਤੇ ਹੁਣ ਗੁਰੂ ਦੀ ਸ਼ਰਨ 'ਚ ਆ ਕੇ, ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਆ ਜਾਵਾਂਗੇ ਤੇ ਸਾਡੇ ਅੰਦਰ ਇਹ ਨਾਮ ਗੁਪਤ ਜਿਹੜਾ ਪ੍ਰਗਟ ਹੋ ਜੇ, ਫਿਰ ਅਸੀਂ ਆਪਦੇ ਘਰ ਚਲੇ ਜਾਵਾਂਗੇ, ਅਸੀਂ ਸਦਾ ਲਈ ਸੁਖੀ ਹੋ ਜਾਵਾਂਗੇ। ਇਸ ਵਾਸਤੇ ਫਿਰ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਵੀ ਮੈਨੂੰ ਜੋ ਗੁਰੂ ਨੇ ਬਚਨ ਆਖੇ, ਮੈਂ ਉਹਨਾਂ ਬਚਨਾਂ ਨੂੰ ਘੁੱਟ ਕੇ ਪੱਲੇ ਨਾਲ ਬੰਨ ਲਿਆ, ਵੀ ਆਪਦੇ ਹਿਰਦੇ 'ਚ ਵਸਾ ਲਏ। ਫਰਮਾਉਂਦੇ ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਠਰੀ ਵਾਧਾ। ਬਈ ਪੂਰੇ ਗੁਰੂ ਰਾਮਦਾਸ ਜੀ ਨੇ ਜੋ ਮੈਨੂੰ ਬਚਨ ਆਖੇ, ਮੈਂ ਉਹਨਾਂ ਬਚਨਾਂ ਨੂੰ ਘੁੱਟ ਕੇ ਪੱਲੇ ਨਾਲ ਬੰਨ ਲਏ। ਬਈ ਮੈਂ ਉਹਨਾਂ ਬਚਨਾਂ ਨੂੰ ਕਮਾਇਆ, ਉਹਨਾਂ ਬਚਨਾਂ ਦੀ ਕਮਾਈ ਕੀਤੀ। ਹੁਣ ਗੁਰੂ ਸਾਹਿਬ ਕੀ ਕਹਿੰਦੇ, ਉਹ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਤੇ ਉਹ ਕਹਿੰਦੇ ਫਿਰ ਅਸੀਂ ਪੂਰਾ ਗੁਰਮੰਤਰ ਨੂੰ ਦ੍ਰਿੜ ਕੀਤਾ। ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਦ੍ਰਿੜ ਕੀਤਾ, ਤੇ ਫਿਰ ਅਸੀਂ ਜੀਵਨ ਮੁਕਤ ਹੋਏ, ਫਿਰ ਅਸੀਂ ਪਰਮ ਪਦਵੀ ਨੂੰ ਪ੍ਰਾਪਤ ਕੀਤਾ। ਫਿਰ ਅਸੀਂ ਉਹ ਨਾਮ ਤੱਕ, ਨਾਦ ਤੱਕ ਪਹੁੰਚੇ ਤੇ ਉਹਦੇ 'ਚ ਸਮਾ ਕੇ ਸਾਨੂੰ ਅਮਰ ਪਦਵੀ ਮਿਲ ਗਈ। ਮਹਾਰਾਜ ਫਰਮਾਉਂਦੇ ਗੁਰ ਸ਼ਬਦ ਦ੍ਰਿੜਾਇਆ, ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋਊ, ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੋ। ਬਈ ਅਸੀਂ ਪੂਰਾ ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ, ਤੇ ਜਦੋਂ ਆਪਾਂ ਪੁੱਛਦੇ ਵੀ ਕਿਹੜੇ ਕਿਹੜੇ ਸਮੇਂ ਦ੍ਰਿੜ ਕੀਤਾ, ਕਦੋਂ ਕਦੋਂ ਕੀਤਾ, ਫਿਰ ਉਹ ਸਾਨੂੰ ਸਮਝਾਉਂਦੇ ਵੀ ਐਸਾ ਸਾਨੂੰ ਸਾਧੂ ਦਾ ਸੰਗ ਕਰਕੇ ਭੇਤ ਆਇਆ। ਗੁਰੂ ਰਾਮਦਾਸ ਜੀ ਨੂੰ ਸਾਧੂ ਕਹਿੰਦੇ, ਬਈ ਐਸਾ ਭੇਤ ਆਇਆ ਵੀ ਇਹ ਸਿਮਰਨ ਹੀ ਸਾਡਾ ਜਪ ਬਣ ਗਿਆ, ਇਹੋ ਸਾਡਾ ਤਪ ਬਣ ਗਿਆ। ਇੱਕ ਨਿਮਕ ਵੀ ਕਹਿੰਦੇ ਸਾਨੂੰ ਸਿਮਰਨ ਵਿਸਰਦਾ ਨਹੀਂ, ਚਾਹੇ ਅਸੀਂ ਚੱਲਦੇ ਹਾਂ, ਚਾਹੇ ਬੈਠੇ ਹਾਂ, ਚਾਹੇ ਜਾਗਦੇ ਹਾਂ, ਚਾਹੇ ਸੁੱਤੇ ਹਾਂ, ਚਾਹੇ ਇਸ਼ਨਾਨ ਕਰ ਰਹੇ ਹਾਂ, ਚਾਹੇ ਭੋਜਨ ਛਕ ਰਹੇ ਹਾਂ, ਸਿਮਰਨ ਲਗਾਤਾਰ ਜਾਰੀ ਹੈ, ਚੱਲੀ ਜਾ ਰਹੀ। ਮਹਾਰਾਜ ਫਰਮਾਉਂਦੇ ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਕ ਨ ਵਿਸਰਿਓ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੁੱਤ, ਹਰ ਧਨ ਚਲਤੇ, ਹਰ ਧਨ ਵੈਸੇ, ਹਰ ਧਨ ਜਾਗਤ ਸੁੱਤਾ। ਸਾਨੂੰ ਕਹਿੰਦੇ ਵੀ ਇੰਨਾ ਸਿਮਰਨ ਕੀਤਾ, ਇੰਨਾ ਜ਼ਿਆਦਾ ਦ੍ਰਿੜ ਕੀਤਾ, ਵੀ ਜਾਗਦੇ ਤਾਂ ਸਿਮਰਨ ਚੱਲਦਾ ਹੀ, ਸੁੱਤੇ ਪਏ ਵੀ ਸਿਮਰਨ ਚੱਲੀ ਜਾਂਦਾ। ਹੁਣ ਇੰਨਾ ਜ਼ਿਆਦਾ ਕਹਿੰਦੇ ਦ੍ਰਿੜ ਕੀਤਾ। ਹੁਣ ਉਹੀਓ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਦ੍ਰਿੜ ਕਰੋ, ਤੁਸੀਂ ਵੀ ਸਿਮਰਨ ਕਰੋ। ਹੁਣ ਜਿਵੇਂ ਉਹਨਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਕਮਾਈ, ਤੇ ਉਹੀਓ ਹੁਣ ਆਪਾਂ ਨੂੰ ਅੱਗੇ ਦੱਸਦੇ ਵੀ ਤੁਸੀਂ ਵੀ ਗੁਰੂ ਦੀ ਦੱਸੀ ਹੋਈ ਕਾਰ ਕਮਾਓ। ਗੁਰ ਕਹੇ ਆਸਾ ਕਾਰ ਕਮਾਵੋ, ਵੀ ਜਿਹੜੀ ਕਾਰ ਗੁਰੂ ਸਾਨੂੰ ਲਾਉਂਦਾ ਉਹ ਕਾਰ ਕਮਾਵੋ। ਜਦੋਂ ਅਸੀਂ ਇਹ ਕਾਰ ਕਮਾਵਾਂਗੇ, ਸਿਮਰਨ ਕਰਾਂਗੇ, ਸਾਡੀ ਜਿਹੜੀ ਕਰਨੀ, ਸਾਡਾ ਮਨ ਹੈ ਜਿਹੜਾ ਉਹ ਨਿਰਮਲ ਹੋ ਜੇ।
ਮਹਾਰਾਜ ਤਾਈਆਂ ਫਰਮਾਉਂਦੇ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਸਾਡਾ ਮਨ ਨਿਰਮਲ ਹੋ ਜਾਏਗਾ, ਸਾਡੀ ਕਰਨੀ ਨਿਰਮਲ ਹੋ ਜਾਏਗੀ। ਜਦੋਂ ਸਾਡਾ ਮਨ ਨਿਰਮਲ ਹੋ ਗਿਆ, ਇਹਨੇ ਵਿਰਾਗੀ ਹੋ ਜਾਣਾ। ਕਿਉਂਕਿ ਜਿਹੜਾ ਮਨ ਮੈਲਾ ਹੈ, ਮੈਲੇ ਮਨ ਨੂੰ ਵਿਰਾਗ ਨਹੀਂ ਆਉਂਦਾ। ਜਦੋਂ ਮਨ ਨਿਰਮਲ ਹੋ ਜਾਂਦਾ, ਫਿਰ ਇਹ ਵਿਰਾਗੀ ਹੋ ਜਾਂਦਾ। ਫਿਰ ਵਿਰਾਗ ਹੁੰਦਾ ਮਾਲਕ ਨੂੰ ਵਿਛੋੜੇ ਤੋਂ। ਬਈ ਸਾਨੂੰ ਕਦੋਂ ਮਾਲਕ ਦੇ ਨਾਲ ਸਾਡਾ ਮਿਲਾਪ ਹੋਵੇ, ਵੀ ਇੰਨੇ ਸਮੇਂ ਤੋਂ ਅਸੀਂ ਵਿਛੜੇ ਹਾਂ ਪਰਮਾਤਮਾ ਤੋਂ। ਬਈ ਹੁਣ ਸਾਨੂੰ ਮੌਕਾ ਮਿਲਿਆ, ਵਾਰੀ ਮਿਲੀ ਏ, ਅਤੇ ਕਦੋਂ ਸਮਾਂ ਕਿਹੜੀ ਉਸ ਲਖਣੀ ਘੜੀ ਆਵੇ ਵੀ ਸਾਡਾ ਫਿਰ ਵਾਹਿਗੁਰੂ ਨਾਲ ਮਿਲਾਪ ਹੋ ਜੇ। ਫਿਰ ਮਨ ਵਿਰਾਗੀ ਹੋਇਆ ਫਿਰ ਬੇਨਤੀਆਂ, ਫਿਰ ਜੋਦੜੀਆਂ ਕਰਤ। ਇਹ ਫਿਰ ਇਹ ਮਾਇਆ ਤੋਂ ਨਿਰਲੇਪ ਹੋ ਜਾਂਦਾ। ਫਿਰ ਇਹ ਮਾਇਆ ਨੂੰ ਛੱਡ ਦਿੰਦਾ। ਮਾਇਆ ਕੀ, ਇਹ ਵਿਚਾਰ ਫੁਰ ਨੇ। ਜਦ ਤੱਕ ਹੁਣ ਸਾਡੇ ਅੰਦਰ ਵਿਰਾਗ ਨਹੀਂ, ਉਹਨਾਂ ਸਮਾਂ ਇਹ ਮਾਇਆ ਨੂੰ ਛੱਡਦਾ ਨਹੀਂ। ਰਮਾਉਂਦੇ ਬੈਨ ਵਿਰਾਗ ਨਾ ਛੂਟ ਸਮਾਇਆ। ਬਈ ਵਿਰਾਗ ਤੋਂ ਬਿਨਾਂ ਇਹ ਮਾਇਆ ਛੁੱਟਦੀ ਕੋਈ ਨਹੀਂ। ਹੁਣ ਮਹਾਰਾਜ ਕਹਿੰਦੇ ਵੀ ਇਹ ਭਗਤੀ ਹੈ ਜਿਹੜੀ, ਇਹ ਪ੍ਰੇਮਾ ਭਗਤੀ। ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਪ੍ਰੇਮ ਤੋਂ ਬਿਨਾਂ ਇਹ ਭਗਤੀ ਨਹੀਂ ਹੁੰਦੀ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਬਈ ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਪ੍ਰੇਮ ਫੇਰ ਹੀ ਪੈਦਾ ਹੋਣਾ ਜਦੋਂ ਮਨ ਨਿਰਮਲ ਹੋਏਗਾ। ਜਦ ਤੱਕ ਮਨ ਮੈਲਾ ਹੈ, ਮੈਲਾ ਮਨ ਪਿਆਰ ਨਹੀਂ ਕਰਦਾ, ਦੁਬਦਾ ਕਰਦਾ। ਜਦੋਂ ਮਨ ਨਿਰਮਲ ਹੋਏਗਾ, ਫਿਰ ਇਹ ਹਿਰਦਾ ਜਦੋਂ ਸ਼ੁੱਧ ਹੋ ਗਿਆ, ਫਿਰ ਇਹਦੇ ਵਿੱਚ ਪਿਆਰ ਉਤਪੰਨ ਹੁੰਦਾ। ਜਿਹੜਾ ਮਨ ਨਿਰਮਲ ਹੈ ਉਹ ਪਿਆਰ ਹੀ ਕਰੇਗਾ। ਇਹ ਫਿਰ ਜਿਹੜਾ ਮਨ ਨਿਰਮਲ ਹੋ ਗਿਆ, ਉਹ ਮਨ ਨੇ ਜਾਗ ਪੈਣਾ। ਅਤੇ ਜਿਹੜਾ ਮਨ ਜਾਗ ਪੈਂਦਾ, ਫਿਰ ਜਾਗੇ ਹੋਏ ਮਨ ਦੀ ਮਹਾਰਾਜ ਨਿਸ਼ਾਨੀ ਦੱਸਦੇ ਵੀ ਉਹ ਨਾਮ ਦੇ ਨਾਲ ਅੰਦਰੋਂ ਜੁੜਿਆ ਹੋਣ ਕਰਕੇ ਉਹ ਫਿਰ ਸਾਰਿਆਂ ਦੇ ਵਿੱਚ ਹੀ ਮਾਲਕ ਨੂੰ ਦੇਖਦਾ। ਔਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ। ਨੈਮਖ ਨੈਮਖ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੀ। ਫਿਰ ਉਹਦਾ ਸੀਸ ਝੁਕਦਾ ਹੀ ਰਹਿੰਦਾ। ਸਾਹਮਣੇ ਨਿਰਗੁਣ ਹੈ, ਉਹਨੂੰ ਵੀ ਵਿਸ਼ਵਾਸ ਦੇ ਰਿਹਾ। ਜਦੋਂ ਸਰਗਨ ਰੂਪ 'ਚ ਸਾਹਮਣੇ ਆਉਂਦਾ, ਉਹਨੂੰ ਵੀ ਸੀਸ ਝੁਕਾਉਂਦਾ, ਉਹਨੂੰ ਵੀ ਫਤਿਹ ਬੁਲਾਉਂਦਾ। ਬਈ ਸਰਗਨ ਰੂਪ 'ਚ ਮਾਲਕ ਨੇ ਦਰਸ਼ਨ ਦਿੱਤੇ। ਹੁਣ ਇਹ ਜਿਹੜਾ ਮਨ ਸ਼ੁੱਧ ਹੈ, ਜਿਹੜਾ ਮਨ ਨਿਰਮਲ ਹੈ, ਉਹਦੇ ਲੱਛਣ ਨੇ, ਉਹਦੀ ਇਹ ਨਿਸ਼ਾਨੀ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਕਿਉਂਕਿ ਉਹ ਸ਼ੁੱਧ ਹੈ, ਉਹ ਨਿਰਮਲ ਹੈ। ਨਿਰਮਲ ਮਨ ਕਰੇਗਾ ਹੀ ਨਹੀਂ, ਉਹ ਕਿਸੇ ਦੀ ਨਿੰਦਿਆ ਨਹੀਂ ਕਰੇਗਾ। ਜਿਹੜਾ ਮਨ ਨਿਰਮਲ ਹੈ, ਉਹ ਈਰਖਾ ਨਫ਼ਰਤ ਨਹੀਂ ਕਰੇਗਾ, ਉਹ ਹਉਮੈ ਹੰਕਾਰ 'ਚ ਨਹੀਂ ਜਾਏਗਾ। ਨਿਰਮਲ ਮਨ ਦੇ ਵਿੱਚ ਤਾਂ ਪਿਆਰ ਦਾ ਵਾਸਾ ਹੁੰਦਾ, ਉਹ ਤਾਂ ਫਿਰ ਪ੍ਰੇਮ ਕਰਦਾ। ਅਤੇ ਇਹੋ ਫਿਰ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ। ਵੀ ਜਿਨ੍ਹਾਂ ਨੇ ਪਿਆਰ ਕੀਤਾ, ਅਤੇ ਪਿਆਰ ਕੌਣ ਕਰੇਗਾ? ਜਿਹੜਾ ਮਨ ਨਿਰਮਲ ਹੋਏਗਾ। ਉਹੋ ਪ੍ਰੇਮ ਦੀ ਅਵਸਥਾ 'ਚ ਆਏਗਾ। ਜਿਹੜਾ ਮੈਲਾ ਹੈ, ਮੈਲੇ ਨੇ ਤਾਂ ਪਿਆਰ ਕਰਨਾ ਹੀ। ਜਿਹੜਾ ਮੈਲਾ, ਮੈਲੇ ਨੇ ਤਾਂ ਵੈਰ ਵਿਰੋਧ ਹੀ ਕਰਨਾ, ਈਰਖਾ ਅਤੇ ਨਫ਼ਰਤ ਹੀ ਕਰਨੀ, ਹਉਮੈ ਹੰਕਾਰ 'ਚ ਹੀ ਜਾਣਾ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਮਨ ਨੂੰ ਧੋਣ ਦਾ ਤਰੀਕਾ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਈ। ਇੱਕ ਤਾਂ ਇਹ ਤਰੀਕਾ ਵੀ ਜਦੋਂ ਅਸੀਂ ਮਾਲਕ ਨੂੰ ਦੇਖ ਲੈਂਦੇ ਹਾਂ, ਉਹਨੂੰ ਦੇਖੀ ਜਾਣਾ। ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨਾਮ ਨੂੰ ਸੁਣਨਾ, ਅਤੇ ਮੁੱਖ ਦੁਆਰਾ ਸਿਮਰਨ ਕਰਨਾ। ਇਹਨੂੰ ਕਹਿੰਦੇ ਵੀ ਇਹਦੇ ਦੁਆਰਾ ਮਨ ਧੋਤਾ ਜਾਂਦਾ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਈ। ਵੀ ਮੁੱਖ ਦੁਆਰਾ ਸਿਮਰਨ ਕਰੋ, ਨਾਮ ਨੂੰ ਸੁਣੋ, ਅਤੇ ਨੇਤਰਾਂ ਦੁਆਰਾ ਮਾਲਕ ਨੂੰ ਦੇਖੋ। ਇਹ ਤਰੀਕਾ ਮਨ ਨੂੰ ਧੋਣ ਦਾ। ਜਦ ਤੱਕ ਹੁਣ ਅਸੀਂ ਮਾਲਕ ਨੂੰ ਦੇਖਿਆ ਨਹੀਂ, ਨਾਦ ਨੂੰ ਅਸੀਂ ਸੁਣਿਆ ਨਹੀਂ, ਉਹਨਾਂ ਸਮਾਂ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਆਪਦੀ ਆਵਾਜ਼ 'ਚ ਧਿਆਨ ਰੱਖੋ। ਤੁਸੀਂ ਮੁੱਖ ਦੁਆਰਾ ਬੋਲੋ, ਅਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਧਿਆਨ ਨਾਲ ਸੁਣੋ।
ਨੇਦਰ ਨੇ ਜਿਹੜੇ ਇਹਨਾਂ ਨੂੰ ਬੰਦ ਕਰ ਲਓ ਤੇ ਇਹਦੇ ਦੁਆਰਾ ਮਨ ਧੋਤਾ ਜਾਏਗਾ, ਮਨ ਦਾ ਇਸ਼ਨਾਨ ਹੋਏਗਾ। ਘਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਅਰੋਗਾ। ਬਈ ਜਿਹੜੀ ਸਾਡੇ ਮਨ ਦੇ ਉੱਤੇ ਕਰਮਾਂ ਦੀ ਮੈਲ ਚੜੀ, ਸਤਿਗੁਰੂ ਕਹਿੰਦੇ ਇਸ ਜਨਮ ਦੀ ਹੋਈ ਨਹੀਂ, ਹੋਰ ਵੀ ਪਿਛਲੇ ਜਨਮਾਂ ਦੀ ਇਹਨੂੰ ਮੈਲ ਚੜੀ ਹੈ ਕਰਮਾਂ ਦੀ। सतगुरु कहते इस मन को जन्म जन्म की मल लागी काला हुआ शाहो। बई ये कर्मां दी जदों इहदे ते मैल चढ़ती जाती है काला शाह हो गई है। तो जोत स्वरूप प्रकाश रूप है, पर जदों कर्मां दी मैल चढ़ गई तो काला हो गई। हुण सतगुरु सानू फिर ये भरोसा दिवाउंदे भी जे काला शाह भी हो गया तां भी धोता जा सकदा, तां भी उज्जल हो सकदा। जे हुण असीं गुरु की मत द्वारा सिमरन करिए, जो सानू रहतां सतगुरु दसदे असीं वो रहतां रखीए तो फिर उज्जल हो सकदा, धोता जा सकदा, निर्मल हो सकदा। इयों महाराज फिर सानू समझाउंदे भी मन नूं धोण दा ही तरीका है। भी एक तां असीं सिमरन करके मन नूं धोना, फिर नाल असीं सत संगत करते हैं। जदों हुण आपां एक जना शब्द की विचार करते गुरबाणी गुरु की, बाकी आपां ध्यान दे नाल सुणदे हैं, इहदे नाल साडा मन धोता जांदा। महाराज फरमाउंदे मन तन धोवे शब्द विचारी। भी जदों असीं शब्द की विचार करांगे साडा मन ते मन दा तन धोता जाएगा, दी मैल उतरनी कर्मां दी। हुण इन्हां कर्मां दी मैल जदों इहदे ते चढ़ी ते तां ये दुखी है, तां ये अशांत है। ताइयों महाराज सानू फिर समझाउंदे बई दोष किसी होर दा नहीं, दोष तुसीं किसी होर नूं ना दवो। जे साडा मन अशांत है, दोष साडे अपने कर्मां दा है। ते महाराज कहंदे कर्म धोते जा सकदे, मन धोता जा सकदा जे हुण असीं मालक दा सिमरन करीए। जदों सिमरन करांगे फिर ये साडा मन सदा सुखी हो जाएगा। इसलिए सानू फिर फरमाउंदे बई दोष किसी होर दा नहीं, दोष ना काहू दीजिए प्रभ अपना ध्याइए। जैत सेवियां सुख होए घना, मन सोई गाइए। बई मना उहदे गुण गा जिन्हों गा के तेनों घने सुख की प्राप्ति हो। बई तू दोष किसी होर नूं ना दे। इहदे विच जे असीं दुखी हाँ, असीं दोष किसी होर नूं दईए जां असीं रब नूं दोष दईए परमात्मा नूं, वो साडा दिता होया दोष वो व्यर्थ है। वो दोष दे के असीं होर दुखी तो हो जाएंगे, असीं सुखी नहीं हो सकते। महाराज कहते दोष देने की बजाय तुसीं सिमरन करो। जे तुसीं सिमरन करोगे तो साडे मन नूं सुख की प्राप्ति होएगी। हुण किवें साडे मन ने सुखी होना, उहदे वास्ते ही सतगुरु जो आपां नूं सास गिराज सिमरन अभ्यास दसदे ने। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਵੱਧ ਤੋਂ ਵੱਧ ਗੁਰਮੰਤਰ ਨੂੰ ਦ੍ਰਿੜ ਕਰਨਾ ਹੁੰਦਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ ਮਹਾਰਾਜ ਕਹਿੰਦੇ ਵੀ ਇਹ ਸਿਮਰਨ ਕਰ। ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਹਿਰਦੇ ਚਿਤਾਰ। ਬਈ ਗੁਰਮੰਤਰ ਨੂੰ ਹਿਰਦੇ 'ਚ ਵਸਾਓ। ਬਈ ਸਦਾ ਹੀ ਮਾਲਕ ਦਾ ਸਿਮਰਨ ਕਰੋ। ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਬਈ ਹੋਰ ਜਿਹੜੀਆਂ ਅਸੀਂ ਸੰਸਾਰ ਦੀਆਂ ਗੱਲਾਂ ਕਰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਉਹ ਨਾ ਕਰ। ਬਈ ਸੰਸਾਰ ਦੀ ਵਿਚਾਰ ਉਨੀ ਕੁ ਕਰੋ ਜਿਹਦੇ ਨਾਲ ਸਾਡਾ ਸਰਦਾ ਨਹੀਂ। ਜ਼ਰੂਰੀ ਹੈ, ਨਹੀਂ ਤਾਂ ਆਪਦਾ ਸਿਮਰਨ ਕਰਦੇ ਰਹੋ। ਜੇ ਨਹੀਂ ਰਹਿ ਸਕਦੇ ਵਿਚਾਰ ਤੋਂ ਬਿਨਾਂ ਗੁਰਬਾਣੀ ਗੁਰੂ ਦੀ ਵਿਚਾਰ ਕਰੋ ਵੀ ਸਾਨੂੰ ਗੁਰੂ ਸਾਹਿਬ ਗੁਰਬਾਣੀ 'ਚ ਕੀ ਕਹਿੰਦੇ ਨੇ। ਸੋ ਇਹ ਹੈ ਫਿਰ ਮਨ ਨੂੰ ਧੋਣ ਦਾ ਤਰੀਕਾ ਵੀ ਸਿਮਰਨ ਸ਼ਬਦ ਦੀ ਵਿਚਾਰ ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਜਦੋਂ ਸਾਡਾ ਮਨ ਧੋਤਾ ਜਾਏਗਾ ਸਾਡੇ ਕਰਮ ਨਿਰਮਲ ਹੋ ਗਏ, ਸਾਡਾ ਮਨ ਨਿਰਮਲ ਹੋ ਗਿਆ, ਫਿਰ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ। ਮੈਲਾ ਮਨ ਹੈ ਜਿਹੜਾ ਉਹ ਮਿਲ ਨਹੀਂ ਸਕਦਾ। ਇਸ ਲਈ ਮਹਾਰਾਜ ਫਰਮਾਉਂਦੇ ਮੇਰਾ ਪ੍ਰਭ ਸਦ ਨਿਰਮਲਾ ਮਨ ਨਿਰਮਲ ਪਾਇਆ ਜਾਏ।
ਹੁਣ ਇਹ ਮਨ ਨੂੰ ਨਿਰਮਲ ਕਰਨ ਵਾਸਤੇ ਅਸੀਂ ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਅਸੀਂ ਸਤਸੰਗਤ ਕਰ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਅਤੇ ਜੋ ਆਪਣਾ ਸਮਾਗਮ ਗੁਰਦੁਆਰਾ ਬ੍ਰਹਮ ਮਿਲਣੀ ਕਾ ਚਾਓ ਬ੍ਰਹਮ ਗਿਆਨ ਕੇਂਦਰ ਮੋਗਾ ਵਿਖੇ ਚੱਲ ਰਿਹਾ ਹੈ, 31 ਤਰੀਕ ਤੱਕ ਇਹ ਆਪਣੇ ਸਮਾਗਮ ਚੱਲਣੇ ਨੇ, ਜਿਹਦੇ ਵਿੱਚ 30 ਤੇ 31 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਏਗਾ। ਹੁਣ ਜਿੰਨਾ ਸਮਾਂ ਵੀ ਆਪਾਂ ਨੂੰ ਲੱਗਦਾ, ਸਮਾਂ ਕੱਢ ਕੇ ਸੰਗਤ ਕਰਕੇ ਆਪਾਂ ਆਪਦੇ ਜੀਵਨ ਦਾ ਲਾਹਾ ਹੈ, ਵੱਧ ਤੋਂ ਵੱਧ ਆਪਾਂ ਸੰਗਤ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਸਕਦੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।